वाहेगुरु जी का खालसा वाहेगुरु जी की फतेह। पतित पावन भगत वत्सल करुणा निदान दीना बंधु सतगुरु साहिब श्री गुरु ग्रंथ साहिब जियां दी पवित्र अते पावन अमृतमई गोद विच बड़े ही सत्कार सहित शाम के दीवाना विच जुड़ बैठे हो। आओ इन्हां घड़ियां का आनंद माणीए। गुर इतिहास के पावन प्रसंगां जो आप जी ने सरवण किया, दीन दुनिया के मालक धन धन साहिब श्री गुरु नानक देव जी भाई झंडा जी अते इंद्र सैन नूं ज्ञान का उपदेश बख्शदे होए अंदर दी हौमे नूं मिटा करके उन्हां नूं अपना निज रूप जड़ाया। प्रसन्न होके गुरु नानक पातशाह जी इंद्र सैन नूं प्रचार की गद्दी मंजी बख्शण लगे। इंद्र सैन हाथ जोड़ के आखण लगे, पातशाह कृपा करके ये बख्शिश भाई झंडा जी नूं बख्श दिओ। उन्हां दी भावना नूं जाणदे होए गुरु नानक पातशाह जी ने भाई झंडा जी नूं इस इलाके ते देश का गुरु बनाया। संगतां नूं हुक्म कीता, ये साडे रूप हन, मेरे ते इन्हां विच फर्क कोई नहीं। जदों इस गल का पता इथों के राजे सुदर सैन नूं लग्या, तो बड़ा हैरान होया भी झंडा बेटी ते साडे इलाके का एक आम जिहा तरखान लकड़हार है। ऐसे किहड़े फकीर ने जिन्हां ने उहनूं साडे इलाके का गुरु बना दिता। अपना एक मनुख भेजिया, पुछ के आओ कौन हन गुरु नानक साहिब, जिन्हां ने इस इलाके का गुरु थाप दिता है, मंजी बख्शिश कर दी है। राजे सुदर सैन का भेजिया होया दूत वजीर सतगुरां दे पास आया। इन्हां सारे प्रसंगां नूं आप जी ने बड़े विस्तार सहित सरवण कीता है। आओ कोई समा मन चित व्यक्तियां नूं एकाग्र चित बनाइए, पाओ प्रेम की सांझ, बख्शो आसीस, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। मानव आवत वाकलावा, कौन तपा तुम विखे कहावा। जिस वेले राजे सुदर सैन ने एक खबर सुनी, कोई नानक तपा जी के नाम के फकीर साडे नगरों बाहर आए ने, जिन्हां ने झंडे ते कृपा करके भाई झंडा गुरु बना दिता। पर राजा इस गल तो हैरान है भी इन्हां फकीरां ने मेरी भी परवाह नहीं की। मेरे नगर मेरे देश का गुरु थापण वेले मैथों आग्या भी ना लई। इस करके राजे ने अपना दूत भेजे, वजीर भेजे, वजीर चल के आया, आके नमस्कार कीती है। 3 फकीर बैठे आ, भाई बाला जी, भाई मरदाना जी, गुरु नानक साहब महाराज। सामने सतगुरां दे भाई झंडा जी ते इंद्र सैन बैठे। वो राजे का जो भाणजा इंद्र सैन,
ਵਜ਼ੀਰ ਨੇ ਨਮਸਕਾਰ ਕੀਤੀ, ਪੁੱਛਦਾ ਏ ਇਹਨਾਂ ਵਿੱਚੋਂ ਨਾਨਕ ਜੀ ਕੌਣ ਨੇ? ਤਪਾ ਜੀ ਕਿਨਾਂ ਨੂੰ ਆਖਦੇ ਹਨ? ਨਾਮ ਹੈ ਸ੍ਰੀ ਨਾਨਕ ਜਾ ਕੋ, ਨਿਰਪਤ ਬਲਾਵਤ ਹੈ ਅਬ ਤਾਂ ਕੋ। ਇੰਦਰ ਸੈਨ ਪੁੱਛਦੇ ਨੇ, ਵਜ਼ੀਰ ਸਾਹਿਬ ਦੱਸੋ ਕਿਵੇਂ ਆਉਣਾ ਹੋਇਆ? ਕਹਿੰਦੇ ਜੀ ਰਾਜਾ ਸੁਦਰ ਸੈਨ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ, ਇਹਨਾਂ ਵਿੱਚੋਂ ਨਾਨਕ ਜੀ ਕੌਣ ਨੇ? ਇੰਦਰ ਸੈਨ ਬੜਾ ਹੈਰਾਨ ਹੋਇਆ ਵੀ ਰਾਜਾ ਸੁਦਰ ਸੈਨ ਬੇਸ਼ੱਕ ਧਰਮੀ ਹੈ, ਪਰ ਉਹਨੇ ਕਦੇ ਕਿਸੇ ਸੰਤ ਮਹਾਤਮਾ ਨੂੰ ਆਪਣੀ ਕਚਹਿਰੀ 'ਚ ਨਹੀਂ ਬੁਲਾਇਆ। ਮਨ ਵਿੱਚ ਹੀ ਆਇਆ ਜ਼ਰੂਰ ਕਿਸੇ ਨੇ ਕੋਈ ਨਿੰਦਿਆ ਕੀਤੀ ਹੈ, ਹੁਜਤ ਕੀਤੀ ਕਿਸੇ। ਇੰਦਰ ਸੈਨ ਆਖਣ ਲੱਗਿਆ, ਸਾਹਮਣੇ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ, ਇਹਨਾਂ ਨੂੰ ਤਪਾ ਜੀ ਆਖਦੇ ਹਨ। ਇੰਦਰ ਸੈਨ ਬੋਲਿਓ ਤੇ ਸਾਥਾ, ਮੈਂ ਅਬ ਚਲੂੰ ਨਿਕਟ ਨਰ ਨਾਥਾ। ਫੇਰ ਭਾਈ ਇੰਦਰ ਸੈਨ ਆਖਣ ਲੱਗੇ ਉਸ ਵਜ਼ੀਰ ਨੂੰ, ਕਹਿੰਦੇ ਮੈਂ ਚੱਲਦਾ ਉਸ ਰਾਜੇ ਦੇ ਕੋਲ, ਕਿਉਂਕਿ ਇੰਦਰ ਸੈਨ ਦੇ ਉਹ ਮਾਮਾ ਜੀ ਲੱਗਦੇ ਆ। ਜੇ ਕੋਈ ਗਲਤ ਫਹਿਮੀ ਹੋਏਗੀ, ਭਾਣਜੇ ਦੀ ਇੰਨੀ ਸਮਰੱਥਾ ਇਹ ਆਪਣੇ ਮਾਮੇ ਦਾ ਵਹਿਮ ਦੂਰ ਕਰ ਸਕਦਾ, ਕਿਉਂਕਿ ਰਿਸ਼ਤੇਦਾਰ ਹੈ, ਪਰਿਵਾਰਕ ਮੈਂਬਰ ਹੈ, ਤੇ ਆਪਣੇ ਪਰਿਵਾਰ ਦੀ ਗੱਲ ਕੌਣ ਬੋਲਦਾ? ਇੰਨੀ ਗੱਲ ਕਹਿ ਕੇ ਇੰਦਰ ਸੈਨ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ, ਕਹਿੰਦਾ ਪਾਤਸ਼ਾਹ ਮੈਂ ਜਾਇਆ ਵਾਂ ਰਾਜੇ ਸੁਦਰ ਸੈਨ ਨੂੰ ਅਸਲੀਅਤ ਦੱਸ ਦੇ, ਤੁਹਾਡੇ ਬਾਰੇ ਜਾਣਕਾਰੀ ਦੇ ਦਿਆਂ। ਇਹ ਕੋ ਸਭ ਬਿਦ ਕਹਿ ਸਮਝਾਉ, ਬਹੋਰੋ ਆਪ ਪਾਸ ਚਲਿਆਉ। ਫੇਰ ਸਤਿਗੁਰੂ ਜੀ ਆਪ ਬਾਅਦ ਵਿੱਚ ਜਾਇਓ, ਪਹਿਲਾਂ ਮੈਂ ਰਾਜੇ ਨੂੰ ਜਾ ਕੇ ਆਪ ਜੀ ਬਾਰੇ ਦੱਸ ਆਵਾਂ, ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ। ਬਸ ਇੰਨੀ ਗੱਲ ਕਹਿ ਕੇ ਮੈਂ ਕੁਛ ਪਲ ਵਿੱਚ ਤੁਹਾਡੇ ਕੋਲ ਮੁੜ ਆਉਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇੰਦਰ ਸੈਨ ਦੀ ਗੱਲ ਸੁਣ ਕੇ ਮੁਸਕਰਾ ਪਏ ਵੀ ਰਾਜੇ ਕੋਲ ਚੱਲੇ, ਮਤਲਬ ਵੀ ਇਹ ਭਾਣਜਾ ਹੋ ਕੇ ਵੀ ਮਾਮੇ ਦੀ ਪਰਵਾਹ ਕਰਦਾ ਹੈ। ਇਹਨੂੰ ਤੇ ਉਪਦੇਸ਼ ਬਖਸ਼ਿਸ਼ ਕੀਤਾ ਸੀ, ਵਿਕਾਰਾਂ ਤੋਂ ਰਹਿਤ ਕੀਤਾ ਹੈ, ਮੋਹ ਤੋਂ ਦੂਰ ਕੀਤਾ ਹੈ, ਡਰ ਭੈ ਤੋਂ ਦੂਰ ਕੀਤਾ ਹੈ। ਜੇ ਉਹਨੇ ਗੁਰੂ ਸਾਹਿਬ ਦਾ ਨਾਮ ਲੈ ਤਾਂ ਬੇਸ਼ੱਕ ਉਹਦੇ ਮਨ 'ਚ ਪਿਆਰ ਹੈ ਵੀ ਮੈਂ ਸਤਿਗੁਰਾਂ ਦੀ ਮਹਿਮਾ ਕਰਿਆ ਵਾਂ, ਪਰ ਗੁਰੂ ਨਾਨਕ ਪਾਤਸ਼ਾਹ ਵੇਖ ਰਹੇ ਨੇ ਤੈਨੂੰ ਕੀ ਜ਼ਰੂਰਤ ਹੈ ਸਫਾਈ ਦੇਣ ਦੀ। ਇਹ ਚੀਜ਼ਾਂ ਤੇ ਅੰਦਰੋਂ ਕੱਢ ਦਿੱਤੀਆਂ ਨੇ, ਅਵਸਥਾ ਦੇ ਪਾਤਰ ਬਣਾ ਦਿੱਤਾ ਏ, ਆਪਣਾ ਰੂਪ ਬਣਾ ਲਿਆ। ਇੰਦਰ ਸੈਨ ਕਹਿੰਦੇ ਮਹਾਰਾਜ ਮੈਂ ਸਿਰਫ ਦੱਸਣ ਜਾਣਾ ਹੈ, ਰਾਜੇ ਨੂੰ ਆਪ ਜੀ ਦਾ ਸੁਨੇਹਾ ਦੇ ਕੇ ਆਉਣਾ ਏ। ਕਿਸੇ ਨੇ ਰਾਜੇ ਦੇ ਮਨ ਵਿੱਚ ਭਰਮ ਪਾਤਾ ਹੋਣਾ ਵੀ ਝੰਡਾ ਜੀ ਨੂੰ ਗੁਰੂ ਬਣਾਤਾ, ਪਤਾ ਨਹੀਂ ਕੀ ਹੋ ਜਾਣਾ ਹੈ। ਪਾਤਸ਼ਾਹ ਮੈਂ ਗਿਆ ਤੇ ਵਾਪਸ ਆਇਆ, ਆਪ ਜੀ ਇੱਥੇ ਬੈਠੋ। ਜੀ ਗੁਰ ਭਨੈ ਉਠਿਓ ਤੂੰ ਕੈਸੇ, ਰਹੋ ਨ ਚਿੰਤ ਇਹ ਢਿਗ ਬੈਸੇ। ਗੁਰੂ ਬਾਬਾ ਜੀ ਕਹਿੰਦੇ ਇੰਦਰ ਸੈਨ ਬੈਠ ਜਾ, ਕਿਤੇ ਨਹੀਂ ਜਾਣਾ। ਕਹਿੰਦਾ ਜੀ ਕਿਉਂ? ਮਰਦ ਕਹਿੰਦੇ ਉੱਠਿਆ ਕਿਹਨੂੰ ਪੁੱਛ ਕੇ, ਤਨ ਸਾਨੂੰ ਦੇਤਾ, ਮਨ ਸਾਨੂੰ ਭੇਟਾ ਕਰਤਾ, ਚਿੱਤ ਬੁੱਧ ਸਭ ਕੁਝ ਸਾਡਾ ਏ। ਤੂੰ ਕਿਵੇਂ ਸੰਕਲਪ ਕਰ ਲਿਆ ਵੀ ਮੈਂ ਰਾਜੇ ਕੋਲ ਚੱਲਿਆ ਤੇ ਕਿਹਦੀ ਆਗਿਆ ਨਾਲ ਚੱਲਿਆ? ਗੁਸਤਾਖੀ ਮੰਗੀ ਉਹਨੇ ਮਹਾਰਾਜ। ਕਹਿੰਦਾ ਪਾਤਸ਼ਾਹ ਮਾਫ ਕਰਿਓ, ਵਿਸਰ ਗਿਆ ਸੀ, ਪਰ ਇਹ ਜ਼ਰੂਰੀ ਹੈ। ਜੇ ਮੈਂ ਆਪ ਜੀ ਦੇ ਪਰਥਾਏ ਰਾਜੇ ਨੂੰ ਨਾ ਦੱਸਿਆ ਤੇ ਰਾਜਾ ਤੇ ਵੈਰ ਕਮਾਏਗਾ, ਵਿਰੋਧ ਕਰੇਗਾ, ਤੁਹਾਡੀ ਨਿੰਦਿਆ ਕਰੇਗਾ। ਇੰਦਰ ਸੈਨ ਤਬ ਬਚਨ ਉਚਾਰਾ, ਏ ਪ੍ਰਭ ਸੁਣੋ ਮਕੰਦ ਉਦਾਰਾ। ਐ ਮੁਕਤੀ ਦਾਤੇ ਸਤਿਗੁਰੂ ਜੀ, ਇੱਕ ਬੇਨਤੀ ਮੈਨੂੰ ਇੱਕ ਵਾਰ ਜਾ ਲੈਣ ਦਿਓ। ਮੇਰਾ ਫਰਜ਼ ਹੈ ਮੈਂ ਆਪਣੇ ਮਾਮੇ ਨੂੰ ਜਾ ਕੇ ਦੱਸ ਕੇ ਤੇ ਆਵਾਂ ਵੀ ਗੁਰੂ ਨਾਨਕ ਕੌਣ ਨੇ। ਕਿਉਂਕਿ ਰਾਜਾ ਸੁਦਰ ਸੈਨ ਬੇਸ਼ੱਕ ਧਰਮੀ ਹੈ, ਜਿੱਥੇ ਉਹ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਉੱਥੇ ਉਹ ਇੰਦਰ ਸੈਨ ਨੂੰ ਬਖੂਬੀ ਤੌਰ ਤੇ ਜਾਣਦਾ ਹੈ। ਉਹਨੂੰ ਪਤਾ ਹੈ ਵੀ ਇਹ ਜੁੜਿਆ ਹੋਇਆ ਸਾਧੂ ਹੈ, ਇਹਦਾ ਕਿਹਾ ਵਚਨ ਕਦੇ ਝੂਠਾ ਨਹੀਂ। ਗਰੰਟੀ ਦੇਣ ਚੱਲੇ ਮਰਜ ਮੈਂ ਰਾਜੇ ਨੂੰ ਆਪ ਜੀ ਦੇ ਕੋਲ ਲੈ ਆਵਾਂ, ਇੱਕ ਵਾਰ ਆਗਿਆ ਦੇ ਦਿਓ। ਪਤ ਮਤ ਲਾਗਤੇ ਹਮਰਾ, ਭੇਦ ਨ ਜਾਣ ਸਕੈ ਸੋ ਤੁਮਰਾ। ਦੂਜਾ ਸਵਾਲ ਸਤਿਗੁਰਾਂ ਨੇ ਕੀਤਾ, ਕਹਿੰਦੇ ਜਾਣਾ ਕਿਉਂ ਆ ਰਾਜੇ ਕੋਲ?
ਹੱਥ ਜੋੜ ਕੇ ਕਹਿੰਦਾ ਮਹਾਰਾਜ ਜੋ ਮੇਰਾ ਮਾਮਾ ਲੱਗਦਾ, ਮੈਂ ਉਹਦਾ ਭਾਣਜਾ ਹਾਂ, ਉਹ ਮੇਰੇ ਕਹਿਣੇ ਤੋਂ ਬਾਹਰ ਨਹੀਂ ਹੈ। ਰਾਜਾ ਸੁੰਦਰ ਸਿੰਘ, ਲੋਕਾਂ ਨੇ ਪਤਾ ਨਹੀਂ ਖੌਰੇ ਉਹਨੂੰ ਤੁਹਾਡੇ ਬਾਰੇ ਕੀ ਕੁਝ ਕਿਹਾ ਹੋਣਾ, ਕਿਉਂਕਿ ਰਾਜੇ ਮਹਾਰਾਜੇ ਮਾਇਆਧਾਰੀ ਲੋਕ ਸਦਾ ਹੀ ਕੰਨਾਂ ਦੇ ਕੱਚੇ ਹੁੰਦੇ। ਉਹ ਅੱਖੀ ਵੇਖੀ ਗੱਲ ਤੇ ਯਕੀਨ ਨਹੀਂ ਕਰਦੇ, ਲੋਕਾਂ ਤੋਂ ਸੁਣੀਆਂ ਤੇ ਭਰੋਸਾ ਕਰਦੇ। ਪਰ ਪਾਤਸ਼ਾਹ ਮੈਂ ਤੁਹਾਡਾ ਸੇਵਕ ਹਾਂ, ਆਪ ਜੀ ਦਾ ਦਾਸ ਹਾਂ, ਮੇਰਾ ਫਰਜ਼ ਬਣਦਾ ਹੈ ਮੈਂ ਸੱਚੋ ਸੱਚ ਬਿਆਨ ਕਰ ਰਿਹਾ, ਤੁਹਾਡੀ ਮਹਿਮਾ ਤੋਂ ਜਾਣਕਾਰ ਕਰਾਂ ਉਸ ਰਾਜੇ ਨੂੰ ਜਿਹਨੂੰ ਅਜੇ ਤੱਕ ਇਹ ਭਰਮ ਹੋਇਆ ਵੀ ਪਤਾ ਨਹੀਂ ਨਾਨਕ ਤਪਾ ਜੀ ਕੌਣ। ਬੜੇ ਸਾਧੂ ਆਉਂਦੇ ਆ ਜੀ ਇੱਥੇ ਪਖੰਡ ਕਰਨ ਵਾਲੇ, ਬੜੇ ਆ ਕੇ ਮੱਥੇ ਟਿਕਾ ਜਾਂਦੇ ਆ, ਪਰ ਰਾਜਾ ਤੇ ਆਪ ਜੀ ਦੀ ਮਹਿਮਾ ਤੋਂ ਅਣਜਾਣ। ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਜਾ ਲੈਣਗੇ, ਜੇ ਇੰਦਰ ਸੈਨ ਜਾਣਾ ਚਾਹੁੰਦੇ ਆ ਨਾ ਇਹਨਾਂ ਤੇ ਕਿਰਪਾ ਕਰ ਦਿਓ। ਇਸ ਦੀਜੈ ਤੇ ਸਮਝਾਓ, ਜੋ ਹੈ ਭਲਾ ਸੁਰੀਤ ਬਤਾਓ। ਕਿਉਂਕਿ ਇੱਥੇ ਇੰਦਰ ਸੈਨ ਕੋਈ ਚੰਗਾ ਕੰਮ ਕਰ ਰਿਹਾ ਹੈ। ਜੇ ਰਾਜਾ ਗੁਰੂ ਨਾਨਕ ਸਾਹਿਬ ਨਾਲ ਜੁੜੇਗਾ, ਪਰਮਾਤਮਾ ਨਾਲ ਜੁੜੇਗਾ ਤੇ ਉਹਦੀ ਪਰਜਾ ਵੀ ਅਵਸ਼ ਜੁੜੇਗੀ। ਇੱਕ ਬੰਦੇ ਦੇ ਜੁੜਨ ਦੇ ਨਾਲ ਕਿੱਡਾ ਵੱਡਾ ਕਾਰਜ ਰਾਸ ਹੁੰਦਾ ਹੈ, ਕਿੰਨਾ ਵੱਡਾ ਭਲਾ ਹੋਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੰਦਰ ਸੈਨ ਬਾਓ ਜਾਂ ਤੇਰੀ ਬਾਣੀ ਚਿੱਤ ਕਰਦਾ ਤੇ ਜਾਇਆ। ਸਤਿਗੁਰਾਂ ਨੂੰ ਸੀਸ ਟੇਕਿਆ, ਨਮਸਕਾਰ ਕੀਤੀ, ਗੁਰਾਂ ਦਾ ਸ਼ੁਕਰਾਨਾ ਕੀਤਾ ਏ। ਲੇਰ ਜਾਏ ਨ੍ਰਿਪ ਢਿਗ ਗਇਓ, ਮਿਲਿਆਸ ਬਚਨ ਉਚਾਰ। ਸ਼ਰਨ ਗਹੋ ਤੇ ਸੰਤ ਕੀ, ਲੱਖ ਸਰੂਪ ਕਲਤਾਰ। ਆਗਿਆ ਲੈ ਕੇ ਸਤਿਗੁਰਾਂ ਦੇ ਕੋਲੋਂ ਇੰਦਰ ਸੈਨ ਚੱਲ ਕੇ ਆਪਣੇ ਮਾਮਾ ਸੁਦਰ ਸੈਨ ਕੋਲੇ ਆਏ, ਜੋ ਇੱਥੋਂ ਦੇ ਰਾਜੇ ਨੇ। ਪ੍ਰਣਾਮ ਕੀਤਾ, ਰਾਜੇ ਨੇ ਉੱਠ ਕੇ ਆਦਰ ਕੀਤਾ। ਉਹ ਭਾਣਜਾ ਨਹੀਂ ਸਮਝਦਾ ਆਪਣਾ, ਉਹਨੂੰ ਪਤਾ ਹੈ ਵੀ ਇਹ ਕੋਈ ਸਾਧੂ ਮਹਾਤਮਾ ਹੈ, ਇਹ ਭਗਤੀ ਵਾਲਾ ਰੱਬ ਦਾ ਪਿਆਰਾ ਹੈ। ਰਾਜਾ ਉੱਠਿਆ, ਉਹਨੇ ਬੜਾ ਅਦਬ ਕੀਤਾ। ਇੰਦਰ ਸੈਨ ਆਖਣ ਲੱਗੇ ਰਾਜਨ ਤੁਸੀਂ ਸਾਨੂੰ ਸੱਦਾ ਦਿੱਤਾ ਹੈ? ਕਹਿੰਦੇ ਬਿਲਕੁਲ ਬੁਲਾਇਆ, ਮੈਂ ਇਹ ਜਾਣਨਾ ਚਾਹੁੰਦਾ ਨਾਨਕ ਤਪਾ ਜੀ ਕੌਣ? ਕੌਣ ਹਨ ਨਾਨਕ ਤਪਾ? ਜਿਨ੍ਹਾਂ ਨੇ ਝੰਡੇ ਨੂੰ ਗੁਰੂ ਬਣਾਇਆ ਏ। ਕਹਿੰਦੇ ਮੈਂ ਉਸ ਵੇਲੇ ਹੱਥ ਜੋੜ ਕੇ ਆਖਿਆ। ਇਹ ਸਾਰੀ ਕਥਾ ਇੰਦਰ ਸੈਨ ਨੇ ਆ ਕੇ ਭਾਈ ਬਾਲਾ ਜੀ ਨੂੰ ਬਾਅਦ ਚ ਸੁਣਾਈ ਤੇ ਉਹਨਾਂ ਫਿਰ ਲਿਖਾਈ ਹੈ। ਮੈਂ ਅਰਦਾਸ ਕੀਤੀ ਰਾਜੇ ਅੱਗੇ, ਰਾਜਨ ਉਹ ਸੱਚਮੁੱਚ ਪਰਿਪੂਰਨ ਸੰਤ ਹਨ, ਸਾਤ ਸਰੂਪ ਹਨ ਗੁਰੂ ਨਾਨਕ ਪਾਤਸ਼ਾਹ। ਆਪ ਮੁਕਤੀ ਦੇ ਦਾਤੇ ਨੇ, ਲੁਕ ਕੇ ਛੁਪ ਕੇ ਦੁਨੀਆ ਤੋਂ ਰਹਿੰਦੇ ਨੇ, ਆਪਣਾ ਆਪ ਜਿਤਾਉਂਦੇ ਨਹੀਂ। ਸੋ ਪਈ ਊਨੇ ਭਰੇ ਭਰੇ ਕਰ ਊਨੇ, ਉਜਰ ਬਸਾਏ ਬਸੇ ਕਰ ਸੂਨੇ। ਰਾਜਾ ਸੁਦਰ ਸੈਨ ਇੰਦਰ ਸੈਨ ਨੂੰ ਪੁੱਛਦਾ ਕਹਿੰਦਾ ਕੀ ਕਰ ਸਕਦੇ ਨੇ ਨਾਨਕ ਜੀ? ਕਹਿੰਦਾ ਖਾਲੀਆਂ ਨੂੰ ਭਰ ਸਕਦੇ ਨੇ, ਭਰਿਆਂ ਨੂੰ ਖਾਲੀ ਕਰ ਸਕਦੇ, ਉਜੜਿਆਂ ਨੂੰ ਵਸਾ ਸਕਦੇ ਨੇ, ਇੱਕ ਬਚਨ ਨਾਲ ਵਸਦਿਆਂ ਨੂੰ ਉਜਾੜ ਸਕਦੇ ਨੇ, ਸੁੱਕਿਆਂ ਨੂੰ ਹਰਾ ਤੇ ਹਰੇ ਨੂੰ ਸੁੱਕਾ ਕਰ ਸਕਦੇ ਆ। ਸ੍ਰਿਸ਼ਟੀ ਦੇ ਮਾਲਕ, ਜਿਉਂਦੇ ਨੂੰ ਮਾਰ ਸਕਦੇ ਤੇ ਮਰੇ ਨੂੰ ਜਿਵਾ ਸਕਦੇ ਨੇ, ਐਸੀ ਕਲਾ ਦੇ ਮਾਲਕ ਹਨ। ਲਗਤੇ ਵੱਡ ਵੱਡ ਤੇ ਲਗ ਛਿਨ ਮੈਂ, ਅਸ ਸਮਰਥ ਸਮਝੋ ਨ੍ਰਿਪ ਮਨ ਮੈਂ। ਰਾਜਨ ਨੇ ਆਪਣੇ ਮਨ ਵਿੱਚ ਸਮਝ ਲਓ ਵੀ ਗੁਰੂ ਨਾਨਕ ਸਾਹਿਬ ਇੰਨੇ ਸਮਰੱਥ ਨੇ, ਛਿਨ ਵਿੱਚ ਵੱਡੇ ਨੂੰ ਛੋਟਾ ਤੇ ਛੋਟੇ ਨੂੰ ਵੱਡਾ ਕਰ ਸਕਦੇ ਆ। ਜਦੋਂ ਰਾਜੇ ਨੇ ਇੰਦਰ ਸੈਨ ਦੇ ਬਚਨਾਂ ਨੂੰ ਸੁਣਿਆ, ਐਡੇ ਭਰੋਸੇ ਵਾਲੇ ਬਚਨ, ਇੱਕ ਭਗਤੀ ਵਾਲੀ ਰੂਹ ਕਹਿ ਰਹੀ ਹੈ, ਰਾਜੇ ਨੇ ਹੱਥ ਜੋੜ ਦਿੱਤੇ। ਕਿਉਂਕਿ ਜੁੜਿਆਂ ਦੀ ਮਹਿਮਾ ਜੁੜਿਆ ਹੀ ਕਰ ਸਕਦਾ, ਟੁੱਟਿਆ ਹੋਇਆ ਬੰਦਾ ਕਦੇ ਜੁੜਿਆਂ ਦੀ ਸਿਫਤ ਨਹੀਂ ਕਰ ਸਕਦਾ। ਉਹਨੂੰ ਕੀ ਪਤਾ ਹੈ ਕੌਣ ਕਿੰਨਾ ਕੁ ਜੁੜਿਆ ਹੈ, ਕਿਵੇਂ ਜੁੜਿਆ ਹੈ, ਕਦੋਂ ਜੁੜਿਆ। ਟੁੱਟੇ ਹੋਏ ਨੇ ਟੁੱਟੇ ਹੋਏ ਲੱਭਣੇ ਆ, ਉਹਨੇ ਟੁੱਟਿਆਂ ਦੀਆਂ ਗੱਲਾਂ ਕਰਨੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੁੜੇ ਹੋਏ ਨੇ ਪਰਮਾਤਮਾ ਨਾਲ, ਆਪ ਪਰਿਪੂਰਨ ਪਰਮਾਤਮਾ ਨੇ। ਇੰਦਰ ਸੈਨ ਨੇ ਉਸ ਜੁੜੇ ਹੋਏ ਪ੍ਰਭੂ ਦੀ ਗੱਲ ਕੀਤੀ ਜੋ ਸਭ ਨੂੰ ਜੋੜ ਕੇ ਰੱਖਦਾ। ਤੇ ਰਾਜੇ ਦੇ ਮਨ ਵਿੱਚ ਬੜੀ ਸ਼ਰਧਾ ਜਾਗੀ ਵੀ ਜੇ ਸੱਚਮੁੱਚ ਐਡੀ ਕਲਾ ਦੇ ਮਾਲਕ ਨੇ, ਮੇਰੇ ਨਗਰੋਂ ਬਾਹਰ ਆਏ ਨੇ, ਮੇਰੇ ਤੇ ਭਾਗ ਵੱਡੇ ਆ, ਜਿਨ੍ਹਾਂ ਨੂੰ ਪਰਮੇਸ਼ਰ ਰੂਪ ਸਾਧੂ ਆਪ ਮਿਲਣੇ ਆਏ ਨੇ। ਕਹੈ ਜੇ ਵਿਦ ਤੁਮ ਕਹਿ ਹੋ,
ये बिद जाए शरण में गए हो। ਇੰਦਰਸੈਨ ਆਖਣ ਲੱਗੇ ਰਾਜਨ ਤੁਹਾਨੂੰ ਇੱਕ ਵਾਰ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ ਚਾਹੀਦਾ ਜਾ ਕੇ। ਸੁਦਰਸੈਨ ਆਖਣ ਲੱਗਿਆ ਜੇ ਤੁਸੀਂ ਕਹਿੰਦੇ ਹੋ ਮੈਂ ਸ਼ਰਨ ਵਿੱਚ ਆ ਜਾਣਾ। ਜੇ ਤੁਹਾਡੀ ਰਸਨਾ ਦੇ ਬੋਲ ਨੇ ਵੀ ਗੁਰੂ ਨਾਨਕ ਆਪ ਪਰਮੇਸ਼ਰ ਨੇ ਤੇ ਮੈਂ ਸ਼ੰਕਾ ਨਹੀਂ ਕਰਦਾ, ਮੈਂ ਕਸਵੱਟੀ ਨਹੀਂ ਲਾਉਂਦਾ। ਐਡਾ ਭਰੋਸਾ, ਐਡਾ ਨਿਸ਼ਚਾ ਕਿ ਅੱਜ ਦੇ ਸਿੱਖ ਨੂੰ ਕਿਸੇ ਸਿੱਖ ਦੀ ਗੱਲ ਤੇ ਇਤਬਾਰ ਹੈ ਰਹੇ ਨਹੀਂ। ਅਸੀਂ ਇਤਬਾਰ ਕਿਸੇ ਨੂੰ ਕਿਸੇ ਤੇ ਭਰੋਸਾ ਨਹੀਂ। ਅੱਜ ਕੌਮ ਦੇ ਲੀਡਰਾਂ ਦੇ ਹਾਲ ਸਾਡੇ ਐਸੇ ਆ, ਸਾਡੇ ਜਥੇਦਾਰਾਂ ਦੀ ਹਾਲਤ ਐਸੀ ਆ ਵੀ ਕੌਮ ਮੰਨਣ ਨੂੰ ਤਿਆਰ ਹੀ ਨਹੀਂ ਉਹਨਾਂ ਨੂੰ ਜਥੇਦਾਰ। ਤੇ ਉਸ ਵੇਲੇ ਇੱਕ ਰਾਜਾ ਆਪਣੇ ਭਾਣਜੇ ਦੀ ਗੱਲ ਤੇ ਐਡਾ ਇਤਬਾਰ ਕਰਦਾ, ਐਡਾ ਭਰੋਸਾ ਕਰਦਾ ਹੈ, ਹੱਥ ਜੋੜ ਕੇ ਰਾਜਾ ਕਹਿੰਦਾ ਜੇ ਤੁਸੀਂ ਉਹਨਾਂ ਦੀ ਸ਼ਰਨ ਵਿੱਚ ਆਏ ਹੋ ਤੇ ਮੈਨੂੰ ਵੀ ਲੈ ਜਾਓ। ਇੰਦਰਸੈਨ ਕਹਿੰਦਾ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਰਾਜਨ ਮੈਂ ਕਿਵੇਂ ਦੱਸਾਂ ਉਹ ਕੈਸੇ ਨੇ, ਉਹਨਾਂ ਨੂੰ ਵੇਖਣਾ ਪੈਣਾ ਏ। ਜਿਹ ਕੀ ਮਹਿਮਾ ਸੁਨਿਯਤ ਭਾਰੀ, ਦਸ ਕਰਨੇ ਅਵਲਖ ਹਮਾਰੀ। ਰਾਜਾ ਸੁਦਰਸੈਨ ਜੀ ਨੇ ਲੋਕਾਂ ਦੀਆਂ ਗੱਲਾਂ ਸੁਣ ਕੇ ਇਹ ਆਪਣਾ ਬੰਦਾ ਭੇਜਿਆ ਵੀ ਲੈ ਕੇ ਆਓ ਨਾਨਕ ਤਪਾ ਜੀ ਕੌਣ ਨੇ, ਪਰ ਇੱਕ ਜੁੜੇ ਹੋਏ ਸੱਜਣ ਦੀ ਗੱਲ ਪਿਆਰ ਦੀ ਸੁਣ ਕੇ ਆਖਣ ਲੱਗਿਆ ਜੇ ਤੁਸੀਂ ਕਹਿੰਦੇ ਹੋ ਨਾ ਤੇ ਮੇਰੇ ਮਨ ਦੀ ਇਹ ਇੱਛਾ ਏ ਵੀ ਜੇ ਗੁਰੂ ਨਾਨਕ ਆਪ ਪਰਮਾਤਮਾ ਨੇ ਤੇ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਚਾਹੁੰਦਾ। ਮੇਰੇ ਚਿੱਤ ਦੀ ਚਾਹਤ ਹੈ ਕਿਉਂਕਿ ਰੱਬ ਨਾਲ ਜੁੜਿਆ ਕਦੇ ਝੂਠ ਨਹੀਂ ਬੋਲਦਾ। ਤੇ ਜਿਹਨੂੰ ਅਸੀਂ ਝੂਠ ਮੰਨੀ ਫਿਰਦੇ ਆ ਕੀ ਪਤਾ ਝੂਠ ਹੈ ਜਾਂ ਸੱਚ ਹੈ, ਕਿਉਂਕਿ ਅਸੀਂ ਝੂਠ ਤੇ ਸੱਚ ਦਾ ਨਤਾਰਾ ਆਪਣੀ IQ ਲੈਵਲ ਦੇ ਹਿਸਾਬ ਨਾਲ ਕਰਦੇ। ਜੇ ਸਾਨੂੰ ਗੱਲ ਫਿੱਟ ਨਹੀਂ ਤੇ ਝੂਠ ਹੈ, ਜੇ ਸਾਨੂੰ ਫਿੱਟ ਆ ਤੇ ਸੱਚ ਹੈ। ਪਰ ਸੱਚ ਕਿਹਨੂੰ ਕਹਿੰਦੇ ਆ ਤੇ ਝੂਠ ਕਿਹਨੂੰ ਕਹਿੰਦੇ ਆ, ਇਹ ਅੱਜ ਤੱਕ ਅਸੀਂ ਲੋਕ ਵੈਰੀਫਾਈ ਨਹੀਂ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਿਉਂਕਿ ਸਾਡਾ ਉਹ ਤਲ ਹੀ ਨਹੀਂ ਹੈ। ਹੁਣ ਦੁਨੀਆ ਝੂਠੀ ਹੈ ਤੇ ਸਾਨੂੰ ਸੱਚੀ ਲੱਗੀ ਜਾਂਦੀ ਹੈ। ਅਕਾਲ ਪੁਰਖ ਦਾ ਨਾਮ ਸੱਚਾ ਤੇ ਸਾਨੂੰ ਉਹ ਸੱਚਾ ਲੱਗੇ ਹੀ ਕਦੇ ਨਹੀਂ, ਜਪਿਆ ਹੀ ਕਦੇ ਨਹੀਂ ਅਸੀਂ। ਤੇ ਅਸੀਂ ਜਿਵੇਂ ਕਹਿ ਦਈਏ ਵੀ ਸਾਨੂੰ ਸੱਚ ਝੂਠ ਦੀ ਪਛਾਣ ਹੈ, ਬਸ ਇੱਕ ਦਲਾਸਾ ਹੀ। ਰਾਜਾ ਉੱਠਿਆ ਉਸੇ ਵੇਲੇ, ਇੰਦਰਸੈਨ ਕਹਿੰਦਾ ਖਾਲੀ ਹੱਥ ਨਾ ਜਾਓ, ਕੁਝ ਲੈ ਕੇ ਜਾਇਓ। ਤੇ ਰਾਜਨ ਉਹਨਾਂ ਕੋਲ ਜਾਣਾ, ਸਾਦਗੀ ਨਾਲ ਜਾਣਾ, ਚਰਨੀ ਜੋੜਾ ਪਾਇਓ ਨਾ। ਦਰਸਾਨ ਕੈ ਭੇਟਾ ਲੀਜੈ, ਆਪਣਾ ਆਪਨ ਵਾਰਨ ਕੀਜੈ। ਤੇ ਫਿਰ ਸੁਦਰਸੈਨ ਪੁੱਛਦਾ ਵੀ ਜਦੋਂ ਤੂੰ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕੀਤਾ ਸੀ ਕੀ ਭੇਟਾ ਦਿੱਤੀ ਸੀ? ਮਾਮਾ ਬਣ ਜਾ, ਘਰ ਦੀਆਂ ਗੱਲਾਂ। ਇੰਦਰਸੈਨ ਕਹਿੰਦਾ ਜੀ ਤੁਸੀਂ ਆਪ ਸੋਚ ਲਓ, ਮੈਂ ਤੇ ਆਪਣਾ ਆਪ ਹੀ ਸੌਂਪ ਕੇ ਆ ਗਿਆ ਉਹਨਾਂ ਨੂੰ। ਸੁਦਰਸੈਨ ਕਹਿੰਦਾ ਤੁਸੀਂ ਦੱਸੋ ਫਿਰ ਮੈਨੂੰ ਕੀ ਦੇਣਾ ਚਾਹੀਦਾ? ਕਹਿੰਦਾ ਤੁਹਾਡੀ ਮੌਜ ਹੈ। ਹੁਣ ਮੈਂ ਕਹਿ ਦਿਆਂ ਰਾਜ ਭਾਗ ਦੇ ਦਿਓ, ਤੁਹਾਡਾ ਮਨ ਨਾ ਮੰਨੇ, ਇਹ ਤੇ ਮਰਜ਼ੀ ਹੈ ਨਾ ਤੁਹਾਡੀ ਵੀ ਤੁਹਾਡੀ ਕੀ ਭੇਟਾ ਕੀ ਸ਼ਰਤ ਹੈ। ਪਰ ਇੰਨੀ ਗੱਲ ਕਹਿਤੀ ਉਹਨਾਂ ਨੂੰ ਪਦਾਰਥਾਂ ਦੀ ਲੋੜ ਨਹੀਂ ਹੈ। ਜੇ ਆਪਾਂ ਆਪ ਉਹਨਾਂ ਨੂੰ ਸੌਂਪ ਦੇਗਾ ਰਾਜਨ, ਇਹ ਤੋਂ ਵੱਡੀ ਭੇਟਾ ਹੀ ਕੋਈ। ਹਉਮੈ ਛੱਡ ਆਈ ਉਹਨਾਂ ਨੂੰ ਵੀ ਮੈਂ ਰਾਜਾ, ਮੇਰਾ ਰਾਜ ਭਾਗ, ਇਹ ਸਭ ਕੁਝ ਤਿਆਗ ਦੇਵੀ। ਸ਼ੁਭ ਫਲ ਮਦਰ ਅਸਨ ਧਰ ਆਗੇ, ਕਰਿਓ ਡੰਡੋਤ ਚਰਨ ਜੁਗ ਲਾਗੇ। ਕਹਿ ਦਿੱਤਾ ਮਿੱਠੇ ਮਿੱਠੇ ਫਲ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਰੱਖੀਓ। ਤੇਰੇ ਸਾਹਮਣੇ ਬੜੇ ਚੋਜ ਕਰ ਸਕਦੇ ਆ ਵੀ ਤੇਰੀ ਸ਼ਰਧਾ ਨਾ ਬਣੇ, ਪ੍ਰਭਾ ਸਕਦੇ ਆ ਤੈਨੂੰ। ਵੇਖੀ ਰਾਜਨ, ਵਿਸ਼ਵਾਸ ਰੱਖੀ ਜਿਹਦੇ ਨਾਲ ਇੰਦਰਸੈਨ ਜੁੜਿਆ ਉਹ ਕੱਚਾ ਨਹੀਂ ਹੋਏਗਾ। ਜਿਹਦੇ ਨਾਲ ਜੁੜਿਆ ਹੋਇਆ ਸੱਜਣ ਕੋਈ ਪੱਕਾ ਜੁੜ ਗਿਆ ਉਹ ਕੱਚਾ ਥੋੜੀ ਹੈ। ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਮਾਇਆ ਪਾ ਕੇ ਉਲਝਾ ਦੇਣ ਵੀ ਅਸੀਂ ਤੇ ਆਮ ਜੇ ਬੰਦੇ ਆ, ਸਾਨੂੰ ਕੀ ਮਿਲਣਾ ਹੈ ਤੇ ਤੂੰ ਭਰਮ ਜੇ। ਬਸ ਨਿਸ਼ਚਾ ਅਡੋਲ ਰੱਖੀ, ਉਹ ਕਦੇ ਵੀ ਕੈਸੀ ਵੀ ਮਾਇਆ ਤੇਰੇ ਤੇ ਵਰਤਾ ਸਕਦੇ ਨੇ। ਮਾਨੀ ਸੀਖ ਸੁਸਾ ਕੇ ਸੁਤ ਕੀ, ਲਖੀ ਹਿਰਦੈ ਭਾਖਤ ਮਮ ਹਿਤ ਕੀ। ਆਪਣੇ ਭੈਣ ਦੇ ਪੁੱਤਰ ਦੀ ਗੱਲ ਰਾਜੇ ਨੇ ਦਿਲ 'ਚ ਵਸਾ ਲਈ, ਸੋਚਿਆ ਮੇਰਾ ਭਾਣਜਾ ਮੇਰਾ ਬੁਰਾ ਨਹੀਂ ਕਰ ਸਕਦਾ, ਮੈਨੂੰ ਕਿਸੇ ਕੱਚੇ ਪੱਕੇ ਕੋਲ ਲੈ ਕੇ ਨਹੀਂ ਜਾ ਸਕਦਾ ਜਿਹੜਾ ਆਪ ਬੇਪਰਵਾਹ ਕਦੇ ਕਿਸੇ ਦਾ ਬਣਿਆ ਹੀ ਨਹੀਂ, ਜਿਹਨੇ ਘਰ-ਬਾਰ ਛੱਡਤਾ ਉਹ ਅੱਜ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤੇ ਮੈਨੂੰ ਲੈ ਕੇ ਚੱਲਿਆ ਤੇ ਮੈਨੂੰ ਜਾਣਾ ਚਾਹੀਦਾ। ਅੰਦਰ ਨਾ ਇੱਕ ਲੋਚਾ ਪੂਰੀ ਹੋ ਗਈ, ਇੱਕ ਚਾਹਤ ਜਾਗ ਪਈ। ਰਾਜੇ ਨੇ ਸਾਦਗੀ ਦੇ ਕੱਪੜੇ ਪਾਏ, ਰਾਜ ਮਹਿਲਾ ਵਾਲੇ ਕੱਪੜੇ ਤਿਆਰ, ਬਿਲਕੁਲ ਸਾਦਾ ਹੋ ਕੇ ਆਪਣੀਆਂ ਫੋਰਸਾਂ ਨੂੰ ਕਹਿ ਦਿੱਤਾ ਕਿਸੇ ਨੇ ਨਾਲ ਨਹੀਂ ਜਾਣਾ,
ਸਿਰਫ ਮਾਮਾ ਭਾਣਜਾ ਜਾਣਗੇ। ਐਡੀ ਨਿਮਰਤਾ, ਬਿਨਾਂ ਸਿਕਿਉਰਿਟੀ ਤੋਂ ਨੰਗੇ ਪੈਰ, ਫਲਾਂ ਦਾ ਟੋਕਰਾ ਸਿਰ ਤੇ ਚੁੱਕਿਆ, ਕੁਝ ਭੇਟਾਵਾਂ ਲੈ ਲਈਆਂ, ਸੋਨਾ ਚਾਂਦੀ, ਇੱਕ ਦੋ ਸੇਵਾਦਾਰ ਨਾਲ ਨੇ ਜੋ ਲੈ ਕੇ ਜਾਣਗੇ, ਪਰ ਰਾਜਾ ਬਣ ਕੇ ਨਹੀਂ ਚੱਲਿਆ। ਸੇਵਕ ਬਣ ਕੇ ਇੰਦਰਸੈਨ ਦੇ ਨਾਲ ਰਾਜ ਮਹਿਲਾਂ ਤੋਂ ਨਿਕਲ ਪਿਆ ਏ। ਹੁਣ ਭੇਟ ਲਈ ਕਰ ਸੋਆਵਾ, ਇੰਦਰਸੈਨ ਜੀ ਸੰਗ ਸੁਹਾਵਾ। ਰਾਜੇ ਸੁਦਰਸੈਨ ਦੇ ਨਾਲ ਉਹਦਾ ਭਾਣਜਾ ਇੰਦਰਸੈਨ, ਜੋ ਭਾਈ ਝੰਡੇ ਦਾ ਪਿਆਰਾ ਮਿੱਤਰ ਹੈ। ਦੋਨੋਂ ਮਾਮਾ ਭਾਣਜਾ ਚੱਲੇ ਆਉਂਦੇ ਆ, ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਸੁਣਦੇ। ਸ਼ਹਿਰੋਂ ਬਾਹਰ ਆ ਕੇ ਰਾਜੇ ਨੇ ਵੇਖਿਆ ਵੀ ਇਹ ਤੇ ਨਗਰ ਵਿੱਚ ਵੀ ਨਹੀਂ ਆਏ, ਐਡੇ ਬੇਪਰਵਾਹ। ਸ਼ਹਿਰੋਂ ਬਾਹਰ ਪਿੰਡੋਂ ਬਾਹਰ ਰਾਜੇ ਦੇ ਰਾਜ ਤੋਂ ਬਾਹਰ ਇੱਕ ਬਾਗ ਦੇ ਕੋਲੇ ਗੁਰੂ ਨਾਨਕ ਪਾਤਸ਼ਾਹ ਬੈਠੇ ਆ। ਵੇਖ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ ਵੀ ਤੇ ਫਕੀਰ ਸਾਦਗੀ ਵਾਲੇ ਬੜੇ ਆ। ਮੈਂ ਜਿਹੋ ਜਿਹਾ ਸੋਚਿਆ ਸੀ ਉਹੋ ਜਿਹੇ ਤੇ ਹੈ ਹੀ ਨਹੀਂ, ਵੀ 25-30 ਸਾਧੂ ਨਾਲ ਹੋਣਗੇ, ਜਮਾਤ ਹੋਊਗੀ, ਗੜਬੇ ਚੱਕੇ ਹੋਣਗੇ ਤੇ ਗੁਰੂ ਦੇ ਸਿਰ ਤੇ ਮੋਰਾਂ ਦੇ ਖੰਭਾਂ ਦਾ ਚੌਰ ਹੁੰਦਾ ਹੋਏਗਾ। ਸਾਦਗੀ ਹੈ। ਕੋਲੇ ਆਇਆ, ਬੜਾ ਮਨ ਨੂੰ ਪ੍ਰਭਾਵਿਤ ਕੀਤਾ, ਕਿਉਂਕਿ ਸੱਚ ਨੇ ਹਮੇਸ਼ਾ ਪ੍ਰਭਾਵ ਪਾਉਣਾ ਹੈ। ਸੱਚ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੈ, ਸੱਚ ਨੂੰ ਦਿਖਾਵਿਆਂ ਦੀ ਲੋੜ ਨਹੀਂ ਹੈ, ਉਹਨੇ ਸੱਚ ਹੀ ਰਹਿਣਾ ਹੈ। ਉਹ ਸਦੀਆਂ ਬਾਅਦ ਵੀ ਪ੍ਰਗਟ ਹੋਵੇ ਤੇ ਸੱਚ ਹੀ ਰਹੇਗਾ। ਝੂਠ ਕੋਲ ਬਨਾਵਟਾਂ ਨੇ, ਝੂਠ ਕੋਲ ਸਜਾਵਟਾਂ ਨੇ, ਝੂਠ ਕੋਲ ਦਿਖਾਵੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇਤਰ ਭਰ ਕੇ ਵੇਖਿਆ ਵੀ ਰਾਜਾ ਤੁਰੇ ਆਉਂਦਾ, ਪਰ ਰਾਜਾ ਲੱਗਦਾ ਨਹੀਂ। ਬੜੀ ਸਾਦਗੀ ਵਿੱਚ ਉਹਨੇ ਭੇਟਾ ਚਰਨਾਂ 'ਚ ਰੱਖੀ, ਦੋਨੋਂ ਹੱਥ ਜੋੜੇ ਨੇ। ਦੋਹਰਾ ਪਗ ਨੰਗੇ ਮਨ ਦੀਨ ਹੈਵ, ਪ੍ਰੇਮ ਸੰਗ ਧਿਆਨ। ਘਰ ਬੰਦੇ ਬੰਧਨ ਕਰੀ, ਧਰ ਪਰ ਡੰਡ ਸਮਾਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਵੀ ਰਾਜਾ ਨੰਗੇ ਪੈਰ ਤੁਰਿਆ ਹੈ, ਸ਼ਰਧਾ ਬੜੀ ਹੈ। ਦੋਨੇ ਹੱਥ ਜੋੜੇ ਆ, ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕਰਕੇ ਡੰਡੇ ਵਾਂਗ ਡੰਡਾਉਟ ਕਰਕੇ ਜਿੱਥੇ ਥਾਂ ਮਿਲੀ ਰਾਜਾ ਉੱਥੇ ਬਹਿ ਗਿਆ। ਅੰਦਰ ਅੰਤਾਂ ਦੀ ਨਿਮਰਤਾ, ਅੰਤਾਂ ਦੀ ਸ਼ਰਧਾ ਕਿਉਂ ਆਈ? ਕਿਉਂਕਿ ਉਹ ਗੁਲਾਬ ਦੇ ਫੁੱਲ ਕੋਲੇ ਆ ਗਏ ਤੇ ਖੁਸ਼ਬੂ ਹੋ ਗਈ। ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਇਆ, ਮਨ ਇੰਨਾ ਕੋਮਲ, ਇੰਨਾ ਪਵਿੱਤਰ ਹੋਇਆ। ਕਹਿੰਦੇ ਸਤਿਗੁਰਾਂ ਦੇ ਦਰਸ਼ਨ ਕਰਕੇ ਦੁਨੀਆਦਾਰੀ ਭੁੱਲ ਗਈ। ਆਖੋ ਸਤਿਨਾਮ। ਇਹ ਸੱਜਣ ਦੇ ਦੀਦਾਰ ਨੇ ਜਿਹਦੇ ਕੋਲ ਬੈਠ ਕੇ ਦੁਨੀਆ ਚੇਤੇ ਨਹੀਂ ਆਉਂਦੀ, ਸੰਸਾਰ ਚੇਤੇ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਰਾਜਾ ਨਦਰੋਂ ਨਦਰ ਨਿਹਾਲ ਹੋ ਗਿਆ, ਭੁੱਲ ਗਿਆ ਰਾਜ ਭਾਗ, ਭੁੱਲ ਗਈ ਮਾਇਆ, ਭੁੱਲ ਗਏ ਪਦਾਰਥ, ਜਿੱਤ ਹਾਰ ਹਉਮੈ ਪਦਾਰਥ ਕੁਝ ਵੀ ਯਾਦ ਨਹੀਂ ਆਉਂਦਾ। ਬਸ ਗੁਰੂ ਨਾਨਕ ਸਾਹਿਬ ਦਾ ਮੁਖੜਾ ਵੇਖ ਪ੍ਰਸੰਨ ਚਿਤ ਹੁੰਦਾ ਏ। ਸੋ ਪਈ ਘਰ ਅਸ਼ਟਾਂਗ ਚਰਨ ਅਨੁਰਾਗਾ, ਪਰਿਉ ਰਹਿਓ ਉਠਤ ਨਾ ਵੱਡ ਭਾਗਾ। ਇੰਨਾ ਮਨ ਕੁਰਬਾਨ ਗੁਰੂ ਨਾਨਕ ਸਾਹਿਬ ਤੋਂ ਹੋਵੇ, ਉੱਠ ਕੇ ਰਾਜਾ ਸਤਿਗੁਰਾਂ ਦੇ ਚਰਨਾਂ ਤੇ ਲੰਮਾ ਹੀ ਪੈ ਗਿਆ, ਡੰਡਾਉਤ ਬੰਦਨ ਬਾਰ-ਬਾਰ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਆ ਵੀ ਅੰਦਰੋਂ ਵੀ ਨਮਸਕਾਰ ਕਰਦਾ, ਕਿਤੇ ਬਾਹਰੋਂ ਵੀ। ਦੁਨੀਆ ਦੇ ਵਿੱਚ ਅਸੀਂ ਸਾਰੇ ਬਾਹਰੋਂ ਹੀ ਮੱਥਾ ਟੇਕਦੇ ਹਾਂ, ਮਨ ਤੇ ਸਾਡਾ ਕਿਤੇ ਝੁਕਿਆ ਨਹੀਂ। ਮਨ ਦੀ ਧੌਣ ਵਿੱਚ ਤੇ ਲੋਹੇ ਦਾ ਕੱਲਾ ਅੜਿਆ ਹੋਇਆ। ਇਹ ਤੇ ਕਹਿੰਦਾ ਮੈਂ ਮਹਾਨ, ਮੈਂ ਵੱਡਾ, ਪਰ ਝੁਕਦਾ ਗਰਲਾ। ਕਹਿੰਦੇ ਰਾਜਾ ਅੰਦਰੋਂ ਵੀ ਸਿੱਧਾ ਹੀ ਸੀ, ਜਿਵੇਂ ਡੰਡਾਉਤ ਬੰਦਨ ਸਿੱਧੀ ਹੈ ਨਾ, ਸਿੱਧੇ ਲੰਮੇ ਪੈ ਕੇ ਨਮਸਕਾਰ, ਮਨ ਵੀ ਸਿੱਧਾ ਹੀ ਪੈ ਗਿਆ। ਅਰਦਾਸਾਂ ਕਰਦਾ, ਪਾਤਸ਼ਾਹ ਜੀਵਨ ਮੁਕਤ ਕਰਦੇ ਹੋ, ਕਿਰਪਾ ਕਰਕੇ ਹਮੇਸ਼ਾ ਆਪਣਾ ਸਾਥ ਬਖਸ਼ੋ। ਇਕ ਗੁਰੂ ਦਈ ਪੀਠ ਪਰ ਥਾਪੇ, ਉਠੋ ਭੂਪਿਆ ਤਪਾ ਪਰ ਤਾਪੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਜੇ ਹੱਥ ਦੇ ਨਾਲ ਰਾਜੇ ਨੂੰ ਥਾਪੜਾ ਦਿੱਤਾ ਪਿੱਠ ਤੇ, ਕਹਿੰਦੇ ਉੱਠੋ ਰਾਜਨ, ਬੈਠੋ ਉੱਠ ਕੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕਰ ਕਮਲਾਂ ਦੀ ਸ਼ੋਰ ਆ ਗਈ, ਸਰੀਰ ਵਿੱਚ ਝਰਨਾਹਟ ਛਿੜ ਗਈ। ਏਦਾਂ ਲੱਗੇ ਵੀ ਰੂਹ ਦੇ ਫੰਬੇ ਵਾਂਗ ਸਰੀਰ ਹਲਕਾ ਹੋ ਗਿਆ। ਚੇਤਨਾ ਕਰੇ ਉੱਠਣ ਦਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਿੱਠੇ ਮਿੱਠੇ ਬੋਲ ਕੰਨਾਂ ਵਿੱਚ ਮਿਸ਼ਰੀ ਘੋਲਦੇ ਆ। ਬੜੇ ਆਦਬ ਨਾਲ ਸਤਿਗੁਰ ਕਹਿੰਦੇ ਉੱਠੋ ਰਾਜਨ, ਉੱਠ ਕੇ ਬੈਠੋ, ਪ੍ਰਣਾਮ ਹੈ ਤੁਹਾਨੂੰ, ਨਮਸਕਾਰ ਤੁਹਾਨੂੰ ਹੈ। ਨਿਰਪਤ ਸੁਤਾਰੈ ਤੋਹੀ ਸਮੀਪਾ,
ਸਭ ਕੈ ਭਇਓ ਤੁਹੀ ਅਵਨੀ ਪਤਾ ਕੀ ਬਚਨ ਆਖਿਆ? ਬਿਨਾ ਮੰਗਿਆ ਰਾਜੇ ਨੇ ਤੇ ਮੰਗੀ ਹੀ ਕੁਛ ਨਹੀਂ। ਮਰਦ ਕਹਿੰਦੇ ਇਸ ਇਲਾਕੇ ਦੇ 17 ਰਾਜੇ, ਜਿਵੇਂ ਤੂੰ ਸਾਡੇ ਚਰਨਾਂ 'ਚ ਡਿੱਗਿਆ ਨਾ, ਤੇਰੇ ਚਰਨਾਂ ਉੱਤੇ ਲੰਮੇ ਪੈ ਪੈ ਮੱਥੇ ਟੇਕਣਗੇ। ਆਖੋ ਸਤਿਨਾਮ। ਤੂੰ ਰਾਜਿਆਂ ਦਾ ਰਾਜਾ ਹੋਏਗਾ। ਬਾਣੀ ਕਹਿੰਦੀ ਹੈ ਨਾ, ਤੁਮ ਹੋ ਸਭ ਰਾਜਨ ਕੀ ਰਾਜਾ। ਉਹ ਰੱਬ ਰਾਜਿਆਂ ਦਾ ਰਾਜਾ, ਸ੍ਰਿਸ਼ਟੀ ਦਾ ਮਾਲਕ ਹੈ, ਤੇ ਉਹਦੇ ਨਾਲ ਜੁੜਨ ਵਾਲਾ ਕੋਈ ਭਿਖਾਰੀ ਥੋੜਾ ਹੁੰਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਲੈਣਾ। ਨਾਮ ਜਪਣ ਵਾਲਾ ਸਮੁੱਚੀ ਸ੍ਰਿਸ਼ਟੀ ਕਾਇਨਾਤ ਦਾ ਰਾਜਾ ਹੁੰਦਾ ਏ, ਅੰਦਰੋਂ ਰੱਜਿਆ ਹੁੰਦਾ ਏ। ਆਨ ਕਰਨਗੇ ਤਬ ਪਦ ਬੰਦਨ, ਜੇ ਨਾ ਆਏ ਚੜ ਕਰੋ ਨਿਕੰਦਨ। ਭਾਈ ਤੇਰੇ ਚਰਨਾਂ ਤੇ ਆ ਕੇ ਰਾਜੇ ਮੱਥਾ ਟੇਕਣਗੇ, ਨਮਸਕਾਰਾਂ ਕਰਨਗੇ, ਮਤਲਬ ਤੂੰ ਰਾਜਿਆਂ ਦਾ ਵੱਡਾ ਸਮਰਾਟ ਹੋਏਗਾ। ਤੇ ਜਿਹੜਾ ਜਿਹੜਾ ਤੇਰੇ ਕੋਲ ਨਹੀਂ ਆਏਗਾ ਉਹਦੇ ਤੇ ਤੂੰ ਚੜ ਕੇ ਜਾਏਗਾ। ਜਿੱਦਣ ਚੜ ਕੇ ਗਿਆ ਤੇ ਸਾਹਮਣੇ ਵਾਲਾ ਹਥਿਆਰ ਸੁੱਟ ਕੇ ਪੈਰ ਫੜੇਗਾ, ਤੇਰੇ ਤੂੰ ਮਾਫੀਆਂ ਮੰਗੇਗਾ। ਪ੍ਰੇਮ ਅਧਿਕ ਜਬ ਦੇਖਾ ਦੇਖਾ, ਦੀਨੋ ਬਰ ਹੈ ਰਾਜ ਬਸੀਖਾ। ਗੁਰੂ ਸਾਹਿਬ ਨੇ ਅਗਲਾ ਬਚਨ ਆਖਿਆ, ਕਹਿੰਦੇ ਤੇਰਾ ਰਾਜ ਵੱਡਾ ਹੋਵੇ। ਰਾਜੇ ਨੇ ਸਤਿਗੁਰਾਂ ਦੇ ਬਚਨ ਸੁਣੇ, ਰਾਜ ਭਾਗ ਦਾ ਚਾਈ ਮੁੱਕ ਗਿਆ। ਗੁਰੂ ਸਾਹਿਬ ਕਹਿੰਦੇ ਤੇਰਾ ਰਾਜ ਵਧੇ, ਤੇਰੀ ਵੇਲ ਵਧੇ, ਤੇਰਾ ਪਰਿਵਾਰ ਵਧੇ। ਬਿਨਾਂ ਮੰਗਿਆ ਮਿਲ ਰਿਹਾ ਨਾ। ਰਾਜੇ ਨੇ ਕਿਹਾ, ਮਰਦ ਮੇਰਾ ਪਰਿਵਾਰ ਵੱਡਾ ਹੋਵੇ, ਜਾਂ ਮੈਨੂੰ ਰਾਜ ਭਾਗ ਦੇ ਦਿਓ। ਇਹ ਉਸ ਮਾਲਕ ਦੀ ਮੌਜ ਹੈ, ਕਿਨੂੰ ਕੀ ਬਖਸ਼ ਦੇਵਣਾ। ਸੁਦਰ ਸੈਨ ਸੁਣ ਕਰ ਹਰ ਖਾਨਾ, ਸੀਕਰ ਧਾਰ ਸਮਾਨ ਪਛਾਨਾ। ਰਾਜੇ ਸੁਦਰ ਸੈਨ ਨੇ ਪਛਾਣਿਆ ਵੀ ਸੱਚਮੁੱਚ ਇੰਦਰ ਸੈਨ ਨੇ ਰੱਬ ਦੀ ਪਛਾਣ ਕੀਤੀ ਹੈ। ਇਹ ਗੁਰੂ ਨਾਨਕ ਨਹੀਂ ਨੇ, ਇਹ ਆਪ ਪਰਮੇਸ਼ਰ ਨੇ। ਆਖੋ ਸਤਿਨਾਮ। ਮਨ ਸਮਝ ਗਿਆ ਵੀ ਉਸ ਪਰਮਾਤਮਾ ਨੇ ਮੇਰਾ ਅੰਦਰ ਵੀ ਪੜ੍ਹ ਲਿਆ। ਕੋਈ ਸਮਾਂ ਸੀ ਰਾਜੇ ਦੇ ਅੰਦਰ ਚਾਹਤ ਹੁੰਦੀ ਸੀ। ਕਿਹੜਾ ਬੰਦਾ ਜੀ ਜਿਹਦੇ ਅੰਦਰ ਚਾਹਤ ਨਹੀਂ ਮੈਂ ਰਾਜਾ ਬਣਾ? ਹੈ ਕੋਈ ਇਹੋ ਜਿਹਾ? ਲੱਖ ਕੋਈ ਝੂਠ ਬੋਲੀ ਜਾਏ ਅੱਜ ਦਾ MLA MP ਵੀ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ, ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ, ਫਿਰ ਰਾਜਨੀਤੀ 'ਚ ਕਿਹੜਾ ਫਿਰ ਹਾਕੀ ਖੇਡਣਾ ਹੈ? ਇੱਥੇ ਕੀ ਕਰਨਾ ਹੈ? ਹਰ ਇੱਕ ਦੇ ਅੰਦਰ ਚਾਹਤ, ਹਰ ਕੋਈ ਰੱਸੇ ਚੜਾਉਂਦਾ ਫਿਰਦਾ ਮੈਨੂੰ ਕੋਈ ਵੱਡਾ ਰੁਤਬਾ ਮਿਲ ਜੇ। ਧਰਮ ਦੀ ਦੁਨੀਆ 'ਚ ਵੀ ਤਾਂ ਬੰਦਾ ਕਹਿੰਦਾ ਮੈਂ ਹੋਰ ਵੱਡਾ ਹੋ ਜਾ, ਮੈਨੂੰ ਹੋਰ ਲੋਕ ਜਾਣਨ, ਮੈਂ ਹੋਰ ਮਹਾਨ ਹੋ ਜਾ। ਵਿਰਲੇ ਮਿਲਣਗੇ। ਰੱਬਾ ਜਿੱਥੇ ਤੂੰ ਰੱਖਿਆ ਇੱਥੇ ਰੱਖੀ, ਮੈਂ ਬਹੁਤ ਖੁਸ਼ ਹਾਂ, ਬੜੇ ਆਨੰਦ 'ਚ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਨਾ ਰਾਜਾ ਸਤਿਗੁਰਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਉਹਦਾ ਚਿੱਤ ਕਰਦਾ ਮੈਂ ਚਰਨਾਮ੍ਰਿਤ ਲੈਣਾ, ਗੁਰੂ ਧਾਰਨ ਸ਼ਰਨ ਵਿੱਚ ਆ ਗਿਆ। ਕਿਉਂਕਿ ਇੰਦਰ ਸੈਨ ਨੇ ਆਖਿਆ ਸੀ ਆਪਾ ਸੌਂਪ ਕੇ ਆਈ, ਪਦਾਰਥਾਂ ਦੀ ਲੋੜ ਮੇਰੇ ਸਤਿਗੁਰੂ ਨੂੰ ਨਹੀਂ ਹੈ। ਬਹੁਰ ਬਿਨੈ ਕਰੀ ਕਰ ਬੰਦ ਕੈ, ਲੈ ਚਲ ਨਿਜ ਧਾਮ। ਏਕ ਮਾਸ ਤੇ ਥਾਂ ਰਹੇ, ਪੂਰਨ ਕਿੰਕਰ ਕਾਮ। ਸਮੇਂ ਦਾ ਰਾਜਾ ਗੁਰੂ ਸਾਹਿਬ ਆਖਣ ਲੱਗੇ ਰਾਜਨ ਮੰਗ ਲੈ ਕੁਝ, ਕਿਉਂਕਿ ਆ ਜੋ ਕੁਝ ਬਖਸ਼ੇ ਤੇ ਬਿਨਾਂ ਮੰਗੇ ਦਿੱਤਾ ਨਾ। ਤੇ ਰਾਜੇ ਨੇ ਪਤਾ ਕੀ ਮੰਗਿਆ? ਕਹਿੰਦਾ ਮਰਦ ਜੇ ਬਹੁਤਾ ਸਮਾਂ ਨਹੀਂ, 1 ਮਹੀਨਾ ਮੇਰੇ ਮਹਿਲਾਂ ਵਿੱਚ ਆਪਣਾ ਘਰ ਸਮਝ ਕੇ ਗੁਜ਼ਾਰੋ। ਆਖੋ ਸਤਿਨਾਮ। ਗੁਰੂ ਸਾਹਿਬ ਕਿਸੇ ਦੇ ਮਹਿਲਾਂ 'ਚ ਨਹੀਂ ਕਦੇ ਰਹਿੰਦੇ ਸੀ, ਬੜੀ ਵਾਰ ਤੁਸੀਂ ਵੇਖਿਆ ਸੁਣਿਆ। ਪਰ ਜਿਸ ਵੇਲੇ ਰਾਜੇ ਨੇ ਮੰਗ ਲਈ ਤੇ ਗੁਰੂ ਬਾਬਾ ਜੀ ਨੂੰ ਫਿਰ ਝੁਕਣਾ ਪਿਆ। 7 ਵਚਨ ਕਹਿ ਕੇ ਮਰਦ ਕਹਿੰਦੇ ਚੱਲ ਮਰਦਾਨਿਆਂ ਚੱਲੀਏ। ਕਹਿੰਦੇ 1 ਮਹੀਨਾ ਮਨੀਪੁਰ ਦੇ ਇਲਾਕੇ ਵਿੱਚ ਰਾਜੇ ਤੇ ਮਹਿਲਾਂ 'ਚ ਸਤਿਗੁਰਾਂ ਨੇ ਗੁਜ਼ਾਰਿਆ, ਪਰ ਕਦੇ ਮਹਿਲਾਂ 'ਚ ਨਹੀਂ ਸੀ ਸੌਂਦੇ, ਕਦੇ ਰੁੱਖ ਥੱਲੇ ਸੌਂਦੇ, ਕਦੇ ਬਾਹਰ ਖੁੱਲੇ ਅਸਮਾਨ ਥੱਲੇ ਸੌਂਗੇ। ਉਹ ਸਾਦਗੀ ਦੀ ਮੂਰਤ ਹੈ। ਮਹਿਲ ਮੁਨਾਰੇ ਨਹੀਂ ਪਾਉਂਦੇ, ਉਹ ਭੁੰਜੇ ਸੌਂਦੇ ਹਨ। ਚੌਪਈ ਸ਼੍ਰੀ ਗੁਰ ਭਨੈ ਨਰੇਸ਼ ਸੁਨੀਜੈ, ਝੰਡੇ ਕੀ ਸਮਤਾ ਨਹਿ ਕੀਜੈ। ਜਦੋਂ ਸਤਿਗੁਰਾਂ ਇੱਥੋਂ ਵਿਦਾਇਗੀ ਲੈਣੀ ਚਾਹੀ, ਰਾਜਾ ਆਖੇ ਮਰਦ ਜਾਇਓ ਨਾ ਜੀ, ਕਿਰਪਾ ਕਰਕੇ ਇੱਥੇ ਬਸ। ਗੁਰੂ ਸਾਹਿਬ ਨੇ ਪਤਾ ਕੀ ਬਚਨ ਆਖਿਆ? ਕਹਿੰਦੇ ਰਾਜਨ ਜ਼ਿੰਦਗੀ ਦੇ ਵਿੱਚ ਕਦੇ ਭੁੱਲ ਕੇ ਵੀ ਭਾਈ ਝੰਡੇ ਦੀ ਬਰਾਬਰੀ ਨਾ ਕਰੀ। ਆਖੋ ਸਤਿਨਾਮ। ਬਚਨ ਰਾਜੇ ਨੂੰ ਕਹਿੰਦਾ, ਕਿਤੇ ਉਹਨੂੰ ਸਮਝੇ ਵੀ ਉਹ ਮੇਰੀ ਪ੍ਰਜਾ ਦੇ ਬੰਦਾ ਹੈ,
एक आम जिहा तरखान वेढी है, ਲੱਕੜਾਂ ਦਾ ਕੰਮ ਕਰਦਾ, ਮੈਂ ਰਾਜਾ। ਉਹ ਕੀ ਚੀਜ਼ ਹੈ? ਉੱਤੇ ਕੱਲ ਤੱਕ ਰਾਜ ਮਹਿਲਾਂ 'ਚ ਕੰਮ ਕਰਦਾ ਰਿਹਾ। ਸਤਿਗੁਰ ਕਹਿੰਦੇ ਸੁਪਨੇ ਦੇ ਵਿੱਚ ਵੀ ਭਾਈ ਝੰਡੇ ਦੀ ਬਰਾਬਰੀ ਰਾਜਨ ਤੂੰ ਕਰਨੀ ਨਹੀਂ। ਜੇਕਰ ਆਪਨ ਭਲਾ ਤੁਮ ਚਾਹੀ ਸਦਾ ਨਮੋ ਆਗੇ ਤੇ ਰਹੀ। ਜੇ ਤੂੰ ਸਦਾ ਆਪਣਾ ਭਲਾ ਚਾਹੁੰਦਾ ਤੇ ਸਾਡੇ ਦਰਸ਼ਨ ਚਾਹੁੰਦਾ ਹੈ, ਭਾਈ ਝੰਡੇ ਦੀ ਆਗਿਆ 'ਚ ਰਹਿਣਾ ਹੈ, ਉਹਨੂੰ ਗੁਰੂ ਮੰਨ ਕੇ ਰਹਿਣਾ, ਕਦੇ ਉਹਦੇ ਨਾਲ ਮੱਥਾ ਨਹੀਂ ਲਾਉਣਾ। ਰੱਬ ਦੇ ਪਿਆਰਿਆਂ ਨਾਲ ਮੱਥੇ ਲਾਉਣ ਵਾਲਿਆਂ ਦਾ ਬਚੇ ਕੁਛ ਨਹੀਂ, ਕਿਉਂਕਿ ਉਹਦੇ ਜਨ, ਉਹਦੇ ਭਗਤ, ਉਹਦੇ ਆਸਰੇ ਰਹਿੰਦੇ ਨੇ। ਜਿਹੜਾ ਰੱਬ ਦੇ ਸਹਾਰੇ ਹੈ, ਉਹਦੇ ਸਹਾਰੇ ਨੂੰ ਤੋੜਨ ਵਾਲਾ ਕੋਈ ਆਵੇ ਤੇ ਉਹ ਖੁਦ ਟੁੱਟ ਜਾਂਦਾ ਹੈ। ਜਦੋਂ ਰਾਜੇ ਨੂੰ ਇਹ ਬਚਨ ਆਖਿਆ, ਰਾਜਾ ਕਹਿੰਦਾ ਜੀ ਸੱਚ ਬਚਨ। ਮਹਾਰਾਜ ਕਹਿੰਦੇ ਕਦੇ ਮੱਥਾ ਨਾ ਲਾਈ, ਉਹਨੂੰ ਕਦੇ ਛੋਟਾ ਜਾਣੀ ਨਾ। ਸਰਬ ਦੇਸ਼ ਸਿੱਖੀ ਪ੍ਰਗਟਾਏ ਝੰਡੇ ਅਗਰ ਜੁਦਾਏ ਨਿਵਾਏ। ਉਸੇ ਵੇਲੇ ਭਾਈ ਝੰਡਾ ਜੀ ਨੂੰ ਰਾਜ ਮਹਿਲਾਂ 'ਚ ਬੁਲਾਇਆ ਤੇ ਰਾਜਾ ਕਹਿੰਦਾ ਸੀ ਮਹਾਰਾਜ ਚਰਨਾਮ੍ਰਿਤ ਦੇ ਦਿਓ, ਸਿੱਖੀ ਦੇ ਦਿਓ। ਸਤਿਗੁਰ ਕਹਿੰਦੇ ਭਾਈ ਝੰਡੇ ਦੇ ਚਰਨਾਂ ਦਾ ਅੰਮ੍ਰਿਤ ਲਓ, ਇਹ ਇਸ ਦੇਸ਼ ਦੇ ਗੁਰੂ ਹੋਣਗੇ ਰਾਜਨ। ਇਹ ਤੇਰੇ ਲਈ ਝੰਡਾ ਨਹੀਂ ਹੈ, ਅੱਜ ਤੋਂ ਤੇਰਾ ਗੁਰੂ ਹੈ। ਆਖੋ ਸਤਿਨਾਮ। ਹੁਣ ਰਾਜੇ ਦੀ ਇਹੀ ਤੇ ਨਿਮਰਤਾ ਹੋਣੀ, ਇਹੀ ਤੇ ਪਰਖਣਾ ਸੀ ਗੁਰੂ ਸਾਹਿਬ ਨੇ। ਜੇ ਉਹ ਕਹਿ ਦਿੰਦਾ ਮਰ ਜੇ ਤੇ ਆਮ ਜਿਹਾ ਬੰਦਾ ਜੀ ਮੈਂ ਰਾਜਾ, ਮੈਂ ਕਿਉਂ ਪੈਰੀ ਹੱਥ ਲਾਵਾਂ? ਕਹਿੰਦਾ ਜੀ ਸਾਹਿਬ ਮਰਦ ਕਹਿੰਦੇ ਤੇਰਾ ਗੁਰੂ ਹੈ, ਇਹ ਰੱਬ ਦੇ ਨਾਮ ਦਾ ਪ੍ਰਚਾਰ ਕਰੇਗਾ, ਹਮੇਸ਼ਾ ਇਹਦੇ ਨਾਲ ਖੜਨਾ ਹੈ, ਇਹਦਾ ਸਾਥ ਦੇਣਾ ਏ। ਸਿਮਰਨ ਨਾਮ ਦਾਨ ਇਸ਼ਨਾਨਾ ਕਰੇ ਮਨੁਜ ਨਿਜ ਭਲਾ ਪਛਾਨਾ। ਭਾਈ ਦੁਨੀਆ ਦਾ ਭਲਾ ਕਰਨਾ ਹੈ, ਧਰਮਸ਼ਾਲਾ ਬਣਾ ਕੇ ਨਿਤ ਬਹਿ ਕੇ ਬੰਦਗੀ ਕਰਨੀ ਹੈ, ਨਾਮ ਜਪਣਾ ਤੇ ਨਾਮ ਜਪਾਉਣਾ, ਸੇਵਾ ਕਰਨੀ, ਸੇਵਾ ਕਰਾਉਣੀ। ਭਾਈ ਝੰਡਾ ਜੀ ਕੋਲ ਬੈਠੇ ਨੇ। ਰਾਜਾ ਕਹਿੰਦਾ ਸਤ ਬਚਨੇ ਤੋਂ ਵੱਡੇ ਭਾਗ ਕੀ ਹੋ ਸਕਦੇ? ਜਿਸ ਰਾਜੇ ਨੂੰ ਰੱਬ ਵੀ ਮਿਲਿਆ, ਰੱਬ ਦੇ ਪਿਆਰੇ ਵੀ ਮਿਲ ਗਏ ਤੇ ਸਤ ਸੰਗ ਵੀ ਮਿਲੇ, ਜਿਹਦੇ ਮਹਿਲਾਂ 'ਚ ਪਰਮੇਸ਼ਰ ਆਪ 1 ਮਹੀਨੇ ਤੋਂ ਵਸਦੇ ਹੋਣ, ਉਹਨੂੰ ਹੋਰ ਕੀ ਚਾਹੀਦਾ? ਉਹ ਤੇ ਗੁਰੂ ਸਾਹਿਬ ਤੋਂ ਆਪਾਂ ਸਮਰਪਿਤ ਕਰੀ ਬੈਠਾ ਰਾਜਾ। ਕਹਿੰਦਾ ਮਰਦੇ ਤੇ ਗੱਲ ਹੀ ਕੋਈ ਖਾਸ ਨਹੀਂ। ਮੈਂ ਤੇ ਜਿੱਥੇ ਵੇਖਦਾ ਝੰਡੇ ਦੀ ਗੱਲ ਛੱਡੋ, ਮੈਨੂੰ ਤੇ ਸਾਰਿਆਂ ਵਿੱਚ ਤੁਸੀਂ ਨਜ਼ਰ ਆਉਂਦੇ। ਆਖੋ ਸਤਿਨਾਮ। ਮੈਂ ਜਿਹਨੂੰ ਵੇਖਦਾ ਮੈਨੂੰ ਗੁਰੂ ਨਾਨਕ ਪਾਤਸ਼ਾਹ ਦਿਸਦੇ ਹਨ। ਮੋਹਰ ਚਲਨ ਕੀ ਬਾਤ ਚਲਾਈ ਸੁਨਤ ਨ੍ਰਿਪਤ ਨੇ ਗਿਰਾ ਆਲਾਈ। ਫਿਰ ਸਤਿਗੁਰੂ ਉੱਠ ਪਏ ਇੱਕਦਮ, ਕਹਿੰਦੇ ਰਾਜਨ ਆਗਿਆ ਦਿਓ ਭਾਈ ਸਾਹਿਬ, ਅਸੀਂ ਚੱਲਣਾ ਚਾਹੁੰਦੇ ਹਾਂ, ਜਾਣਾ ਚਾਹੁੰਦੇ ਹਾਂ। ਬੜੇ ਲੰਬੇ ਕਾਰਜ ਪਏ ਨੇ, ਬੜੇ ਵੱਡੇ ਸਫ਼ਰ ਪਏ ਨੇ, ਅਸੀਂ ਅੱਗੇ ਵਧਣਾ ਏ। ਰਾਜਬਾਜੀ ਸਭ ਰਾਜ ਸਮਾਜਾ ਨਿਜ ਕਰ ਝੰਡੇ ਕੋ ਦੇਵ ਆਜਾ। ਰਾਜਾ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਆਪ ਜੀ ਨੇ ਆਖਿਆ ਨਾ ਵੀ ਮੈਂ ਭਾਈ ਝੰਡੇ ਨੂੰ ਮੱਥਾ ਟੇਕਾਂ, ਇਹ ਤੇ ਬਹੁਤ ਛੋਟੀ ਗੱਲ ਆ। ਮੇਰਾ ਚਿੱਤ ਕਰਦਾ ਤੁਸੀਂ ਹੁਕਮ ਕਰੋ, ਮੈਂ ਆਪਣਾ ਰਾਜ, ਹਾਥੀ, ਘੋੜੇ, ਮਹਿਲ ਸਭ ਕੁਝ ਭਾਈ ਝੰਡਾ ਜੀ ਨੂੰ ਸੌਂਪਣਾ ਚਾਹੁੰਦਾ ਹਾਂ। ਆਖੋ ਸਤਿਨਾਮ। ਮਤਲਬ ਮੈਂ ਆਪਣੇ ਕੁੱਲ ਨੂੰ ਇਸ ਤਖਤ ਤੇ ਨਹੀਂ ਬਿਠਾਉਣਾ ਚਾਹੁੰਦਾ, ਫਿਰ ਤੇ ਮੋਹ ਪੈ ਜੂ ਮਨ ਵਿੱਚ। ਮੇਰਾ ਚਿੱਤ ਕਰਦਾ ਹੈ ਵੀ ਇਸ ਦੇਸ਼ ਦਾ ਰਾਜਾ ਆਪ ਜੀ ਦਾ ਮਹਾਨ ਸਿੱਖ ਭਾਈ ਝੰਡਾ ਹੋਵੇ। ਇਹਨੂੰ ਕਹਿੰਦੇ ਭਿਖਾਰੀ ਦੇ ਰਾਜ ਦਾ। ਰਾਜੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਰਾਜ ਦੀ ਚਾਹਤ ਨਹੀਂ। ਮੋਕੋ ਲਿਹੋ ਆਪਣੇ ਸਾਥਾ ਲੈ ਨਾ ਸਕੂੰ ਤੁਮ ਬਿਨ ਜਗਨਾਥਾ। ਪ੍ਰੀਤਮ ਪਿਆਰੇ ਮੈਂ ਆਪ ਜੀ ਬਿਨਾ ਹੁਣ ਇੱਕ ਪਲ ਨਹੀਂ ਰਹਿ ਸਕਦਾ, ਕਿਰਪਾ ਕਰੋ ਮੈਨੂੰ ਆਪਣੇ ਨਾਲ ਆਪਣਾ ਸੇਵਕ ਬਣਾ ਕੇ ਲੈ ਚਲੋ। ਕੌਣ ਕਹਿੰਦਾ ਹੈ? ਰਾਜਾ ਸੁਦਰਸ਼ਨ। ਇੱਕ ਰਾਜਾ ਇੰਨਾ ਕਾਇਰ ਗੁਰੂ ਨਾਨਕ ਸਾਹਿਬ ਤੋਂ ਹੋ ਗਿਆ, ਕਹਿੰਦਾ ਜੀ ਮੈਨੂੰ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਤੁਮਨਾਰੇ। ਪਾਤਸ਼ਾਹ ਮੈਨੂੰ ਤੇਰੇ ਚਰਨਾਂ ਕਮਲਾਂ ਦੀ ਪ੍ਰੀਤ ਚਾਹੀਦੀ ਹੈ। ਮੈਨੂੰ ਰਾਜ ਭਾਗ ਜਗ ਦੇ ਪਦਾਰਥ ਹੁਣ ਨਹੀਂ ਪਾਉਂਦੇ। ਮੀਰ ਨੀਰ ਗਤ ਸ੍ਰੀ ਭਗ ਸੰਗਾ ਅਸ ਕਹਿਤਿਓ ਔਰ ਪ੍ਰੇਮ ਉਮੰਗਾ। ਇੰਨੇ ਪਿਆਰ ਤੇ ਰਾਜਾ ਭੇਜਿਆ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਕੇ ਭੁੱਖਾ ਮਾਰ ਮਾਰ ਕੇ ਰੋਇਆ। ਸੁਦਰਸ਼ਨ ਰਾਜਾ ਅੱਖਾਂ 'ਚ ਹੰਝੂ ਭਰੇ ਆ। ਧੰਨ ਸੀ ਉਹ ਪਿਆਰਾ ਇੰਦਰਸੈਨ,
ਕੋਈ ਜਨ ਹਾਰਸਿਓ ਦੇਵੈ ਜੋਰ, ਚਰਨ ਕਹੂੰ ਬਕੋ ਸੁਬਰਸਨਾ, ਦੀਜੈ ਪ੍ਰਾਨੀ ਅਗੋਰ। ਕਹਿੰਦੇ ਉਹ ਧੰਨ ਸੀ ਰੱਬ ਦਾ ਪਿਆਰਾ ਜਿਹਨੇ ਰਾਜੇ ਨੂੰ ਵੀ ਰੱਬ ਦਾ ਪਿਆਰਾ ਬਣਾ ਜੋੜ ਦਿੱਤਾ। ਇੰਦਰ ਸੈਨ ਕੋਲ ਬੈਠੇ ਹੌਸਲਾ ਦਿੰਦੇ ਆ, ਪਰ ਰਾਜਾ ਕਹਿੰਦਾ ਪਾਤਸ਼ਾਹ ਮੈਨੂੰ ਛੱਡ ਕੇ ਨਾ ਜਾਓ, ਇਸ ਰਾਜ ਭਾਗ ਦੀ ਮੈਨੂੰ ਕੋਈ ਚਾਹਤ ਨਹੀਂ, ਇਹਨੂੰ ਤਿਆਗਣਾ ਚਾਹੁੰਦਾ ਹਾਂ। ਭੁੱਲ ਕਾਵਲ ਤਨ ਗਦ ਗਦ ਮਾਨੀ, ਏਛਨ ਨ੍ਰਿਪ ਕੀ ਗਤ ਬਿਕਲਾਨੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੇਖਿਆ ਵੀ ਰਾਜਾ ਤੇ ਬੇਬਲ ਹੋ ਗਿਆ, ਰੋ ਰੋ ਕੇ ਝੱਲਾ ਹੀ ਹੋ ਗਿਆ, ਹਟਕੋਰੇ ਲਵੇ ਬੱਚਿਆਂ ਦੇ ਵਾਂਗ ਰੋਵੇ। ਕਹਿੰਦਾ ਮਹਾਰਾਜ ਮੈਨੂੰ ਰਾਜ ਨਹੀਂ ਚਾਹੀਦਾ, ਤੁਸੀਂ ਚਾਹੀਦੇ ਹੋ। ਵੇਖੋ ਇਹ ਆ ਪ੍ਰੇਮ। ਪਾਤਸ਼ਾਹ ਮੈਨੂੰ ਤੇਰੀ ਲੋੜ ਹੈ ਰੱਬਾ, ਮੈਨੂੰ ਜੱਗ ਦੇ ਪਦਾਰਥ ਨਹੀਂ ਪਾਉਣੇ, ਇਹ ਨਹੀਂ ਚਾਹੀਦੇ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਕਹਿੰਦੇ ਰਾਜਨ ਤਿਲ ਕਿਉਂ ਛੱਡਿਆ ਭਾਈ, ਧਰਮਸ਼ਾਲਾ ਵਿੱਚ ਬਹਿ ਕੇ ਰੱਬ ਰੱਬ ਕਰੋ, ਆ ਰਾਜ ਭਾਗ ਤੈਨੂੰ ਪਰਮਾਤਮਾ ਦੇ ਘਰੋਂ ਮਿਲਿਆ, ਇਹ ਤਿਆਗਣਾ ਕਿਉਂ, ਠੋਕਰ ਕਿਉਂ ਮਾਰਨੀ ਹੈ। ਕਹਿੰਦਾ ਮਹਾਰਾਜ ਮੈਂ ਹੁਣ ਤੁਹਾਡੇ ਨਾਲ ਜੰਗਲਾਂ 'ਚ ਹੀ ਰਹਿਣਾ ਚਾਹੁੰਦਾ, ਤੁਸੀਂ ਜਿੱਥੇ ਰਹੋਗੇ ਮੈਨੂੰ ਨਾਲ ਰੱਖੋ। ਦੇਖ ਪ੍ਰੀਤ ਅਸੁਰ ਕੀ ਸਾਚੀ, ਸ਼੍ਰੀ ਨਾਨਕ ਜੀ ਗਿਰਾ ਉਹ ਬਾਚੇ। ਰਾਜੇ ਦੀ ਸੱਚੀ ਪ੍ਰੀਤ ਵੇਖ ਕੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬੜੇ ਹੈਰਾਨ ਹਨ। ਜਿਹੜਾ ਰਾਜਾ ਕੱਲ ਤੱਕ ਕਹਿੰਦਾ ਸੀ ਕੌਣ ਹੈ ਨਾਨਕ ਦੱਬਾ ਲੈ ਕੇ ਆਓ, ਅੱਖਾਂ ਗੁਰੂ ਸਾਹਿਬ ਦਾ ਤਾਬ ਨਹੀਂ ਚੱਲ ਸਕੀਆਂ। ਰਾਜੇ ਦੀਆਂ ਅੱਖਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਵੇਖ ਨਹੀਂ ਸਕੀਆਂ। ਇੱਕ ਝਲਕ ਦੇ ਵਿੱਚ ਐਡਾ ਪ੍ਰਭਾਵ ਮਾਨੀ ਵੇਚ ਦਿੱਤਾ ਆਪਣਾ। ਗੁਰੂ ਸਾਹਿਬ ਨੇ ਉਹਦੇ ਅੰਦਰ ਦੀ ਪ੍ਰੀਤ ਜਾਣੀ ਵੀ ਤੇ ਸੱਚੀ ਪ੍ਰੀਤ ਨਾਲ ਹੁੰਦਾ ਹੈ, ਇਹ ਕੋਈ ਦਿਖਾਵਾ ਕਰਦਾ ਨਹੀਂ। ਕਰੋ ਧਿਆਨ ਨਿਤ ਔਰ ਅਵਨੀਪਾ, ਮੈਂ ਹੂੰ ਤੁਮਰੇ ਸਦਾ ਸਮੀਪਾ। ਰਾਜਾ ਜਿੱਦ ਕਰਦਾ ਚਰਨ ਫੜ ਕੇ, ਕਹਿੰਦਾ ਮਰਜ ਲਾਲ ਲੈ ਕੇ ਜਾਓ, ਨਹੀਂ ਮੈਨੂੰ ਮਾਰ ਕੇ ਜਾਓ। ਗੁਰੂ ਨਾਨਕ ਸਾਹਿਬ ਮਰਜ ਖੁਸ਼ੀ ਦੇ ਘਰ ਜਾ ਕੇ ਆਖਣ ਲੱਗੇ ਰਾਜਾ ਏਦਾਂ ਨਹੀਂ ਕਹਿਣਾ, ਜਦ ਜਦ ਚੌਂਕੜਾ ਲਾ ਕੇ ਬੈਠਿਆ ਕਰੇਗਾ ਸਾਡੇ ਨਾਲ ਗੱਲ ਕਰਨ ਨੂੰ ਚਿੱਤ ਕਰਿਆ ਕਰੋ, ਸਾਨੂੰ ਮਿਲਣ ਨੂੰ ਦਿਲ ਕਰਿਆ ਕਰੇ, ਤੈਨੂੰ ਸੁਪਨੇ 'ਚ ਵੀ ਮਿਲਾਂਗੇ, ਪ੍ਰਤੱਖ ਵੀ ਮਿਲਿਆ ਕਰਾਂਗੇ। ਆਖੋ ਸਤਿਨਾਮ, ਅਸੀਂ ਤੈਥੋਂ ਦੂਰ ਨਹੀਂ ਆ। ਦੇਖੀ ਕਦੇ ਮਨ ਵਿੱਚ ਭਰਮ ਰੱਖੇ, ਤੂੰ ਤੇ ਸਾਡਾ ਰੂਪ, ਤੇਰਾ ਤੇ ਮੇਰਾ ਹੁਣ ਕੁਝ ਵੰਡਿਆ ਨਹੀਂ ਹੋਇਆ, ਤਨ ਕਰਕੇ ਜ਼ਰੂਰ ਤੇਰੇ ਤੋਂ ਦੂਰ ਚੱਲੇ ਆ, ਹਰ ਵਕਤ ਅੱਠੇ ਪੈਰ ਤੇਰੇ ਕੋਲ ਹੋਵਾਂਗੇ। ਸੋਚ ਸੋ ਪੰਚ ਅੰਮ੍ਰਿਤ ਕਰਵਾਵੋ, ਕਕਰਾ ਕੀ ਅਰਦਾਸ ਅਲਾਵੋ। ਰਾਜੇ ਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਆਪਣਾ ਰਾਜ ਭਾਗ ਨਹੀਂ ਛੱਡਣਾ, ਤੇਰੀ ਇਹੀ ਸੇਵਾ, ਪ੍ਰਜਾ ਦੀ ਸੇਵਾ ਕਰਨਾ। ਕਹਿੰਦਾ ਮਾਲਕ ਜੀ ਮਿਲਣ ਦੀ ਨਿਸ਼ਾਨੀ ਦੱਸ ਦਿਓ। ਗੁਰੂ ਬਾਬਾ ਜੀ ਕਹਿੰਦੇ ਅੰਮ੍ਰਿਤ ਵੇਲੇ ਜਾਗ, ਸਣ ਕੇਸੀ ਇਸ਼ਨਾਨ ਕਰਕੇ ਨਾ ਸੁੱਚੇ ਵਸਤਰ ਪਾ, ਆਪਣੇ ਹੱਥੀ ਕੜਾਹ ਪ੍ਰਸ਼ਾਦ ਦੀ ਦੇਗ ਆਪ ਬਣਾਉਣੀ ਹੈ, ਜਿਹਨੂੰ ਪੰਚਾਮ੍ਰਿਤ ਕਹਿੰਦੇ। ਜਿਹ 'ਚ ਪੰਜ ਅੰਮ੍ਰਿਤ ਮਿਲ ਜਾਣ ਉਹਨੂੰ ਪੰਚਾਮ੍ਰਿਤ ਕਿਹਾ ਜਾਂਦਾ ਹੈ। ਸਤਿਗੁਰ ਕਹਿੰਦੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਕਿਸੇ ਸੇਵਕ ਕਿਸੇ ਦਾਸ ਤੋਂ ਨਹੀਂ ਬਣਵਾਉਣੀ, ਆਪ ਬਣਾ ਕੇ। 1 ਟਕਾ ਉਹਨਾਂ ਸਮਿਆਂ ਵਿੱਚ ਜਿਵੇਂ ਅੱਜ ਦਾ 1 ਰੁਪਈਆ ਹੋ ਗਿਆ, ਉਦੋਂ 1 ਟਕਾ ਹੁੰਦਾ ਸੀ। ਸਤਿਗੁਰ ਕਹਿੰਦੇ 1 ਟਕਾ ਪਰਮੇਸ਼ਰ ਨੂੰ ਭੇਟਾ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਰਸਨਾ ਤੋਂ ਬਾਣੀ ਦੇ ਸ਼ਬਦ ਪੜ੍ਹ ਕੇ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ। ਦੋਹਰਾ ਹਾਜ਼ਰ ਹੋਵੋ ਆਨ ਤਬ, ਕਰੋ ਕਾਮਨਾ ਪੂਰ, ਅਸ ਕੈ ਬੋ ਧੀਰਜ ਦਇਓ, ਭੂਪਤ ਕੋ ਜਗ ਮੂਰ। ਨਾਨਕ ਪਾਤਸ਼ਾਹ ਆਖਣ ਲੱਗੇ ਰਾਜਨ ਜਦੋਂ ਤੂੰ ਅਰਦਾਸ ਕਰਕੇ ਸੀਸ ਨਵਾ ਕੇ ਸਿਰ ਚੁੱਕਿਆ ਕਰੇਗਾ, ਇਸੇ ਰੂਪ ਵਿੱਚ ਤੇਰੇ ਸਾਹਮਣੇ ਖੜੇ ਹੋਇਆ ਕਰਾਂਗੇ, ਤੇਰੀ ਹਰ ਦੁੱਖ ਤਕਲੀਫ ਸੁਣਾਂਗੇ, ਹਰ ਗੱਲ ਦਾ ਜਵਾਬ ਦੇਵਾਂਗੇ। ਆਖੋ ਸਤਿਨਾਮ। ਸੁਣ ਕੇ ਰਾਜੇ ਨੂੰ ਕਿੱਡਾ ਵੱਡਾ ਹੌਸਲਾ ਹੋਇਆ ਵੀ ਆ ਵੀ ਮਹਾਰਾਜ ਦਾ ਹੁਕਮ ਹੈ, ਇਹ ਵੀ ਮਾਲਕ ਦਾ ਬਚਨ ਹੈ ਵੀ ਤੂੰ ਰਾਜ ਭਾਗ ਕਰਨਾ ਹੈ, ਇਨਸਾਫ ਕਰਨਾ ਹੈ ਪ੍ਰਜਾ ਦੇ ਨਾਲ, ਪਰ ਤੇਥੋਂ ਦੂਰ ਵੀ ਨਹੀਂ ਰਹਾਂਗੇ। ਖੁਸ਼ ਹੋਇਆ, ਹੌਸਲਾ ਮਿਲਿਆ। ਸਤਿਗੁਰ ਕਹਿੰਦੇ ਦੂਰ ਕਦੇ ਨਹੀਂ ਹੋਵਾਂਗੇ, ਅਰਦਾਸ ਕਰਕੇ ਬੁਲਾ ਕੇ ਤੇ ਵੇਖੀ, ਹਰ ਗੱਲ ਦਾ ਤੇ ਹਰ ਹੱਲ ਦਾ ਜਵਾਬ ਮਿਲਿਆ। ਇਹ ਹੋਇਆ ਵੀ ਜਦੋਂ ਤੱਕ ਰਾਜਾ ਸੁਦਰਸੈਨ ਜਿਉਂਦਾ ਰਿਹਾ ਨਾ ਜੀ, ਉਹਦੀ ਨਿੱਤ ਦੀ ਇਹ ਰੂਟੀਨ ਸੀ, ਉਹ ਰੋਜ਼ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਦਾ ਸੀ। ਨਿੱਤ ਉਹਨੇ ਅਰਦਾਸ ਕਰਨੀ, ਕਦੇ ਕਿਸੇ ਨੂੰ ਨਹੀਂ ਆਖਿਆ ਵੀ ਦੇਗ ਬਣਾਓ ਮੇਰੇ ਕੋਲ ਚੱਲ ਕੇ ਆਓ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ 1 ਟਕਾ ਭੇਟ ਕਰਕੇ ਧਰਮਸ਼ਾਲਾ 'ਚ ਉਹਨੇ ਚੌਂਕੜਾ ਮਾਰ ਕੇ ਬਹਿ ਕੇ ਅਰਦਾਸ ਕਰਨੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਹਮਣੇ ਬੈਠ ਜਾਣਾ।
ਭਾਵੇਂ ਉਹਨਾਂ ਸਮਿਆਂ 'ਚ ਮਰਦ ਜੰਗਲਾਂ ਵਿੱਚ ਨੇ, ਸਮੁੰਦਰਾਂ ਵਿੱਚ ਨੇ, ਕਿਤੇ ਵੀ ਹੋਣ, ਪਰ ਕਦੇ ਐਸਾ ਦਿਨ ਨਹੀਂ ਆਇਆ ਜਿਸ ਦਿਨ ਰਾਜੇ ਦੇ ਨਾਲ ਮੁਲਾਕਾਤ ਹੋਈ ਹੋਵੇ ਨਾ। ਸਰਬ ਨਗਰ ਕੇ ਨਰ ਮਿਲੇ, ਝੰਡੇ ਆਦ ਜਿਆਨ, ਤਿਨ ਕੋ ਧੀਰਜ ਦੇ ਗੁਰੂ, ਹੁਨ ਕੀਨੋ ਪ੍ਰਸਥਾਨ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਇਸ ਨਗਰ ਤੋਂ ਵਿਦਾਇਗੀ ਲੈ ਕੇ ਚੱਲੇ ਨਾ, ਭਾਈ ਝੰਡਾ ਜੀ, ਇੰਦਰਸੈਨ ਜੀ, ਰਾਜਾ ਸੁਦਰਸੈਨ, ਇਹਦੀ ਪ੍ਰਜਾ, ਜਿੰਨੀਆਂ ਰਾਣੀਆਂ, ਜਿੰਨੇ ਵਜ਼ੀਰ, ਸਾਰੇ ਤੇ ਸਿੱਖ ਬਣ ਗਏ। ਧਰਮਸ਼ਾਲਾ 'ਚ ਬੈਠੇ ਆ, ਗੁਰੂ ਨਾਨਕ ਸਾਹਿਬ ਜੀ ਨੂੰ ਵਿਦਾਇਗੀ ਦੇਣ ਵਾਸਤੇ ਬਾਹਰ ਚੱਲੇ। ਉਹ ਕੈਸਾ ਮੰਜ਼ਰ ਹੋਏਗਾ ਜਦੋਂ ਸਾਰਾ ਹੀ ਰਾਜ ਨੰਗੇ ਪੈਰ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਹੋਏਗਾ। ਕਿੰਨੇ ਮਹਾਨ ਹੋਣਗੇ ਭਾਈ ਮਰਦਾਨਾ ਤੇ ਬਾਲਾ ਜੀ, ਜਿਹੜੇ ਗੁਰੂ ਸਾਹਿਬ ਦੇ ਨਾਲ ਰਹਿ ਕੇ ਸਭ ਦ੍ਰਿਸ਼ ਵੇਖਦੇ ਰਹੇ। ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਸੁਣਾ ਰਹੇ, ਕਹਿੰਦੇ ਜੀ ਸਾਰਾ ਰਾਜ ਭਾਗ ਜਦੋਂ ਪਿੱਛੇ ਚੱਲਿਆ, ਮਰਦ ਨੇ ਹੁਕਮ ਕੀਤਾ, ਰਾਜਨ ਰੁਕ ਜਾਓ, ਪ੍ਰਜਾ ਨੂੰ ਵਾਪਸ ਲੈ ਜਾਓ, ਸਾਡੇ ਪਿੱਛੇ ਕਿਸੇ ਵੀ ਆਉਣਾ ਨਹੀਂ। ਦੋਹਰਾ ਸਾਰ ਧੂਲ ਸ੍ਰੀ ਗੁਰ ਚਰਨ, ਸ਼ਨ ਪਰਿਓ ਮੈਂ ਧਾਏ, ਜੰਬਕ ਜਮ ਬਪਰਾ ਨਿਬਲ, ਤਾਂ ਕੋ ਕਹਾਂ ਬਸਾਏ। ਇਸ ਪ੍ਰਸੰਗ ਦੀ ਸਮਾਪਤੀ ਕਰਕੇ ਮਹਾਕਵੀ ਭਾਈ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਸ਼ਾਰਦੂਲ ਸ਼ੇਰ ਨੇ। ਸ਼ੇਰਾਂ ਦੀਆਂ 4 ਕਿਸਮਾਂ ਪੁਰਾਣੇ ਸਮੇਂ 'ਚ ਮੰਨੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਸ਼ਾਰਦੂਲ ਕਿਹੜੀ, ਪਰ ਇਹ ਵੱਡਾ ਹੈ। ਕਹਿੰਦੇ ਇਹ ਸ਼ੇਰ ਦਾ ਰੂਪ ਸਤਿਗੁਰ ਨੇ, ਜੇ ਗਿੱਦੜ ਵੀ ਇਹਨਾਂ ਦੀ ਸ਼ਰਨ ਵਿੱਚ ਆ ਜਾਏ ਉਹ ਵੀ ਤਰ ਜਾਂਦਾ ਹੈ, ਪਰ ਗਿੱਦੜਾਂ ਵਰਗੇ ਜਮ ਗੁਰੂ ਨਾਨਕ ਦੀ ਸ਼ਰਨ ਆਇਆ ਨਾ, ਕਿਸੇ ਸਿੱਖ ਤੇ ਹਮਲਾ ਨਹੀਂ ਕਰ ਸਕਦਾ, ਸਿੱਖ ਨੂੰ ਡੁਲਾ ਨਹੀਂ ਸਕਦਾ। ਜਿਹਦਾ ਅੰਦਰ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਨਾ, ਜੋ ਇੱਕ ਓੰਕਾਰ ਨਾਲ ਜੁੜਿਆ ਹੈ, ਕਹਿੰਦੇ ਗੁਰੂ ਦੇ ਚਰਨ ਕਿਹੜੀ ਸ਼ੇਰ ਵਰਗੇ ਨੇ, ਸ਼ਾਰਦੂਲ ਸ਼ੇਰ ਵਰਗੇ ਨੇ, ਬੱਬਰ ਸ਼ੇਰ ਦੇ ਸਮਾਨ ਹਨ। ਕਦੇ ਉਸ ਸਿੱਖ ਦਾ ਵਾਲ ਵਿੰਗਾ ਨਹੀਂ ਹੁੰਦਾ ਜੋ ਗੁਰੂ ਦੀ ਸ਼ਰਨ ਆਉਂਦਾ ਏ। ਸੋ ਪਈ ਸੁਣੋ ਕਥਾ ਸ੍ਰੀ ਅੰਗਦ ਰੂਰੀ, ਸਰਬ ਕਾਮਨਾ ਕਰੇ ਜੋ ਪੂਰੀ। ਇੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸੁਦਰਸੈਨ, ਭਾਈ ਝੰਡਾ, ਇੰਦਰਸੈਨ ਨੂੰ ਰਾਜ ਭਾਗ ਭਗਤੀ ਬੰਦਗੀ ਬਖਸ਼ ਕੇ ਧਰਮਸ਼ਾਲਾ ਵਿੱਚ ਜੋੜ ਕੇ ਆਗਿਆ ਲੈ ਕੇ ਚੱਲੇ ਨੇ। ਕਹਿੰਦੇ ਜਦੋਂ ਸਤਿਗੁਰ ਕਾਫੀ ਦੂਰ ਤੱਕ ਗਏ, ਤੁਰਦਿਆਂ ਤੁਰਦਿਆਂ ਸਤਿਗੁਰ ਨਜ਼ਰਾਂ ਤੋਂ ਓਲੇ ਹੋ ਗਏ। ਆਲੋਕ ਰਾਜਾ ਆਪਣੀ ਪ੍ਰਜਾ ਦੇ ਸਮੇਤ ਆਇਆ, ਧਰਮਸ਼ਾਲਾ 'ਚ ਦੋਨੋਂ ਵੇਲੇ ਬੈਠੇ ਆ। ਰਾਜਾ ਰਾਜਾ ਨਹੀਂ ਹੁੰਦਾ, ਸੇਵਕ ਬਣ ਕੇ ਗਏ। ਕਹਿੰਦੇ ਸ਼ਰੇਆਮ ਪ੍ਰਤੱਖ ਇਸ ਨਗਰ ਵਿੱਚ ਗੁਰੂ ਨਾਨਕ ਆਪ ਵਰਤਦੇ ਨੇ ਭਾਈ ਝੰਡਾ ਜੀ ਦੇ ਰੂਪ ਦੇ ਵਿੱਚ। ਰਾਜੇ ਨੂੰ ਜਦ ਵੀ ਕਿਤੇ ਕੋਈ ਭੀੜ ਬਣਦੀ, ਉਹ ਅਰਦਾਸ ਕਰਦਾ, ਕੜਾ ਪ੍ਰਸ਼ਾਦੀ ਦੇਗ ਬਣਾ ਕੇ ਧਰਮਸ਼ਾਲਾ 'ਚ ਦੁੱਖ ਰੋਗ ਬਿਮਾਰੀਆਂ ਸਭ ਕੁਝ ਖਤਮ ਹੋ ਜਾਂਦਾ ਏ। ਇਸ ਨਗਰ ਵਿੱਚ ਹੁਣ ਧਰਮਸ਼ਾਲਾ ਬਣੀ ਤੇ ਗੁਰੂ ਵਰਤੇ ਨੇ। ਸਤਿਗੁਰ ਜੀ ਇੱਥੋਂ ਅੱਗੇ ਚੱਲ ਰਹੇ, ਸਮਾਂ ਸਮਾਪਤ ਹੈ, ਪ੍ਰਸੰਗ ਵੀ ਸਮਾਪਤ ਹੈ। ਕੱਲ ਦੇ ਦੀਵਾਨਾਂ 'ਚ ਅਗਲੇ ਪ੍ਰਸੰਗਾਂ ਦੀ ਆਰੰਭਤਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਰਨਗੇ। ਕਿਵੇਂ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੱਬੇ ਕੁਚਲੇ ਲੋਕਾਂ ਦਾ ਉਧਾਰ ਕਰ ਰਹੇ ਨੇ। ਆਉਣ ਵਾਲੇ ਦਿਨਾਂ ਵਿੱਚ ਜੁੜ ਕੇ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।